ਜਦੋਂ ਦਰਦ ਗਲ-ਗਲ ਚੜ੍ਹ ਆਉਂਦਾ ਤਾਂ ਇੱਕੋ ਹੀ ਇਨਸਾਨ ਯਾਦ ਆਉਂਦਾ ਹੈ, ਐਸਪੀਐਸ ਓਬਰਾਏ। ਪੰਜਾਬ ਦੇ ਕਿਸੇ ਵੀ ਖੇਤ ਖਲਿਆਣ ਚੋਂ, ਕਿਸੇ ਖੂੰਜੇ ਚੋਂ ਜਦੋਂ ਕਰਾਉਂਦੀ ਹੋਈ ਆਵਾਜ਼ ਉੱਠਦੀ ਆ, ਉੱਥੇ ਦੌੜ ਕੇ ਪਹੁੰਚਣ ਵਾਲਾ ਪਹਿਲਾ ਇਨਸਾਨ ਹੁੰਦਾ ਐਸਪੀਐਸ ਓਬਰਾਏ। ਮੈਨੂੰ ਪਤਾ ਹੈ ਕਿਉਂਕਿ ਅਸੀਂ ਪਬਲਿਕ ਜੀਵਨ 'ਚ ਐ, ਤੇ ਜਦੋਂ ਲੋਕ ਸਾਡੇ ਨਾਲ ਸੰਪਰਕ ਕਰਦੇ ਕਿ ਓਬਰਾਏ ਸਾਹਿਬ ਦਾ ਨੰਬਰ ਦਿਓ ਜਾਂ ਇਹਨਾਂ ਨਾਲ ਰਾਬਤੇ ਦਾ ਤਰੀਕਾ ਦੱਸੋ, ਤੇ ਓਬਰਾਏ ਸਾਹਿਬ ਅੱਗੋਂ ਮੂਹਰਿਓਂ ਆਪ ਹੋ ਮਿਲ ਲੈਂਦੇ ਲੋਕਾਂ ਨੂੰ। ਮੇਰੇ ਨਾਲ ਨੇ ਓਬਰਾਏ ਸਾਹਿਬ, ਜੀ ਆਇਆਂ। ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ। ਸਤਿ ਸ਼੍ਰੀ ਅਕਾਲ। ਇੱਕ ਮਸ਼ਕਤੀ ਇਨਸਾਨ ਧਨਾੜ ਬਣਦਾ ਹੈ ਤੇ ਧਨਾੜ ਬਣ ਕੇ ਫਿਰ ਉਹਦਾ ਸਿਰ ਅਸਮਾਨ ਨਾਲ ਲੱਗਣ ਲੱਗ ਜਾਂਦਾ, ਉਹਨੂੰ ਜ਼ਮੀਨ ਭੁੱਲ ਜਾਂਦੀ ਹੈ। ਲੇਕਿਨ ਓਬਰਾਏ ਸਾਹਿਬ ਦੇ ਮਾਮਲੇ 'ਚ ਇਹ ਕੁਝ ਵੱਖਰੀ ਤਰ੍ਹਾਂ ਦੀ ਸੰਕਲਪ ਨੇ। ਓਬਰਾਏ ਸਾਹਿਬ ਧਨਾੜ ਬਣਦੇ ਆ ਤੇ ਫਿਰ ਦਾਨੀ ਬਣ ਜਾਂਦੇ ਆ। ਓਬਰਾਏ ਸਾਹਿਬ, ਪੰਜਾਬ ਦੀ ਅੱਜ ਦੀ ਸਥਿਤੀ ਮੈਂ ਤੁਹਾਡੇ ਤੋਂ ਜਾਣਨੀ ਚਾਹੂੰਗਾ, ਕਿਉਂਕਿ ਤੁਹਾਡੇ ਵਲੰਟੀਅਰ ਥਾਂ ਥਾਂ ਕੰਮ ਕਰ ਰਹੇ ਆ। ਮੈਂ ਤੁਹਾਡੇ ਨਾਲ ਸਿਆਸੀ ਗੱਲਾਂ ਵੀ ਕਰਨੀਆਂ ਨੇ, ਪੰਜਾਬ ਦੀ ਆਰਥਿਕਤਾ, ਕਿਉਂਕਿ ਤੁਸੀਂ ਇੱਕ ਜਿਹੜੇ ਮੰਝੇ ਹੋਏ ਕਾਰਪੋਰੇਟਰ ਹੋ, ਤੁਹਾਡੇ ਕੋਲ ਬਿਜ਼ਨਸ ਦਾ ਬੜਾ ਅਨੁਭਵ ਹੈ। ਪੰਜਾਬ ਦਾ ਸਰਕਾਰੀ ਬਿਜ਼ਨਸ ਮਰ ਚੱਲਿਆ, ਉਹ ਵੀ ਗੱਲਾਂ ਕਰਨੀਆਂ ਨੇ। ਇੱਥੇ ਬੇਅਦਬੀ ਮਾਮਲਿਆਂ ਦੇ ਵਿੱਚ ਲੋਕਾਂ ਦੀ ਆਸਥਾ ਨੂੰ ਸੱਟ ਵੱਜੀ, ਉਹ ਵੀ ਗੱਲਾਂ ਕਰਨੀਆਂ ਨੇ। ਪਰ ਬੁਨਿਆਦੀ ਤੌਰ ਤੇ ਜਿਹੜੇ ਸੇਵਾ ਦੇ ਖੇਤਰ 'ਚ ਤੁਸੀਂ ਲੱਕ ਬੰਨ ਕੇ ਜੁਟੇ ਹੋ, ਮੈਨੂੰ ਕਿਸੇ ਨੇ ਸੂਚਨਾ ਭੇਜੀ ਕਿ ਤੁਸੀਂ ਅਫਗਾਨਿਸਤਾਨ ਦੇ ਜਿਹੜੇ ਸ਼ਰਨਾਰਥੀ ਨੇ ਇੱਥੇ, ਉਹਨਾਂ ਨੂੰ ਅਗਲੇ 30 ਦਿਨ ਲਈ ਜਾਂ 90 ਦਿਨ ਲਈ ਰਾਸ਼ਨ ਮੁਹੱਈਆ ਕਰਾਉਣ ਦੀ ਹਾਮੀ ਭਰੀ ਹੈ। ਤੁਹਾਨੂੰ ਕੌਂਸਲੇਟ ਜਨਰਲ ਨੇ ਜਿਹੜਾ ਅਫਗਾਨਿਸਤਾਨ ਵਾਲਾ, ਉਹਨੇ ਅਪਰੋਚ ਕੀਤਾ ਹੈ। ਤੁਸੀਂ 10 ਸਟੇਟਾਂ 'ਚ ਕੰਮ ਕਰ ਰਹੇ ਹੋ। ਮੈਂ ਪਹਿਲਾਂ ਪੰਜਾਬ ਦੇ ਦੁੱਖ ਦੀ ਗੱਲ ਕਰੂੰਗਾ ਕਿ ਪੰਜਾਬ ਕੰਪੈਰੇਟਿਵਲੀ ਕਿੱਥੇ ਖੜਾ, ਜਦੋਂ ਸਾਡੇ ਪਿੰਡ ਦੇ ਵਿੱਚ ਹੱਥ ਤੇ ਹੱਥ ਮਾਰ ਕੇ ਲੋਕ ਕਹਿੰਦੇ ਕਰੋਨਾ ਕੱਖ ਨਹੀਂ, ਤੇ ਦੂਜੇ ਬੰਨੇ ਐਂ ਲੱਗਦਾ ਕੋਈ 35 ਸਾਲ ਦਾ ਹੀ ਅੱਜ ਕਰੋਨਾ ਖੋਹ ਕੇ ਲੈ ਗਿਆ ਮਾਂ ਪਿਓ ਦੇ ਹੱਥੋਂ, ਜਵਾਨ ਪੁੱਤ। ਤੇ ਮੈਨੂੰ ਇਹ ਦੁਬਦਾ, ਇਹ ਦਵੰਦ ਲੋਕਾਂ ਦਾ ਸਮਝਾਇਓ ਜ਼ਰਾ, ਤੁਸੀਂ ਇਹਨੂੰ ਕਿਵੇਂ ਦੇਖਿਆ ਲੋਕਾਂ ਦੇ ਵਿੱਚ ਵਿਚਰਦਿਆਂ? ਹੁਣ ਤੁਸੀਂ ਦੁਬਈ 'ਚ ਬੈਠੇ ਹੋ, ਮੈਨੂੰ ਪਤਾ ਹੈ ਫਲਾਈਟਸ ਬੰਦ ਹੋ ਗਈਆਂ, ਲੇਕਿਨ ਤੁਸੀਂ ਉੱਡ ਕੇ ਆਉਣਾ ਚਾਹੁੰਦੇ ਹੋ, ਆ ਨਹੀਂ ਪਾ ਰਹੇ ਜੀ। ਦੇਖੋ ਰੰਧਾਵਾ ਸਾਹਿਬ, ਬਿਲਕੁਲ ਜਿਹੜੀ ਅੱਜ ਦੀ ਹਾਲਤ ਹੈ ਪੰਜਾਬ ਦੀ, ਬਹੁਤ ਹੀ ਦਰਦਨਾਕ ਹੈ। ਜਦੋਂ ਟੀਵੀ ਉੱਤੇ ਦੇਖਦੇ ਹਾਂ ਕਿ ਲਾਸ਼ਾਂ ਜਿਹੜੀਆਂ ਕਿ ਸ਼ਮਸ਼ਾਨ ਘਾਟ ਭਰੇ ਪਏ ਨੇ, ਸੜ ਰਹੀਆਂ ਨੇ, ਹਸਪੀਟਲਾਂ ਵਿੱਚ ਸਾਨੂੰ ਬੈੱਡ ਨਹੀਂ ਮਿਲ ਰਿਹਾ, ਆਕਸੀਜਨ ਤਾਂ ਸਾਰੇ ਨਹੀਂ ਮਿਲ ਰਹੀ ਕਿਤੇ ਵੀ, ਮਤਲਬ ਕਿ ਕੁਛ ਵੀ ਜਿਹੜੀ ਸਾਡੀ ਫੈਸਿਲਿਟੀਜ਼ ਹੈ, ਜਿਹੜੀ ਇੱਥੇ ਸਰਕਾਰਾਂ ਕਹਿ ਲਓ ਜਾਂ ਫੇਲ ਹੋ ਚੁੱਕੀਆਂ ਸਾਰੀਆਂ। ਕਿਉਂਕਿ ਜਦੋਂ ਪਤਾ ਸੀ ਕਿ ਪਿਛਲੇ ਸਾਲ ਅਸੀਂ ਇਸੇ ਸਿਚੁਏਸ਼ਨ 'ਚੋਂ ਲੰਘੇ ਹਾਂ, ਅਸੀਂ ਐਤਕੀ ਤਾਂ ਚਲੋ ਉਹਦੇ ਨਾਲੋਂ 5-7 ਗੁਣਾ ਵੱਧ ਕੇ ਜਿਹੜਾ ਇਹ ਮਹਾਂਮਾਰੀ ਆਈ ਹੈ, ਤੇ ਇੱਕ ਸਾਲ ਵਿੱਚ ਮਿਲ ਗਿਆ ਸੀਗਾ, ਤੇ ਤਿਆਰੀ ਪੂਰੀ ਕਰ ਲੈਣੀ ਚਾਹੀਦੀ ਸੀ। ਹਸਪੀਟਲਾਂ ਦਾ ਸਾਰਿਆਂ ਨੂੰ ਪਹਿਲਾਂ ਵੀ ਸਾਨੂੰ ਪਤਾ ਸੀ ਕਿ ਪਿਛਲੀ ਵਾਰੀ ਬੜੀ ਮਾਰ ਖਾਧੀ ਹੈ। ਮੈਨੂੰ ਪਤਾ ਕਿ ਸਾਡੇ ਕਰੋੜਾਂ ਰੁਪਏ ਦੇ ਬਜਟ ਸੀ ਜਿਹੜੇ ਕਿ ਸਰਕਾਰਾਂ ਨੇ ਬਾਅਦ 'ਚ ਸ਼ੁਰੂ ਕੀਤੀਆਂ। ਅਸੀਂ ਜਿੱਦਾਂ ਪੀਪੀ ਕਿੱਟਾਂ ਜਾਂ ਜੋ ਵੀ ਸਮਾਨ ਚਾਹੀਦਾ ਸੀ, ਅਸੀਂ ਸਾਰੇ ਮੈਡੀਕਲ ਕਾਲਜ ਜਾਂ ਸਾਰੇ ਸਿਵਲ ਹਸਪੀਟਲਾਂ ਨੂੰ ਅਸੀਂ ਸਪਲਾਈ ਕੀਤਾ। ਅੱਜ ਫਿਰ ਉਹੀ ਪੋਜੀਸ਼ਨ ਆ ਗਈ ਹੈ। ਲੇਕਿਨ ਅੱਜ ਦੇ ਹਾਲਾਤ ਬਿਲਕੁਲ ਇੰਨੇ ਦਰਦਨਾਕ ਹੋ ਚੁੱਕੇ ਹੋਏ ਆ ਕਿ ਡਰ ਲੱਗਦਾ ਹੈ ਲੋਕਾਂ ਵਿੱਚ। ਮੈਨੂੰ ਸਮਝ ਨਹੀਂ ਆ ਰਹੀ ਕਿ ਕਿਉਂ ਪਿੰਡਾਂ ਵਿੱਚ ਕਹਿ ਲਓ ਜਾਂ ਸਾਡੇ ਮੋਰਚੇ ਲੱਗੇ ਹੋਏ ਨੇ ਉੱਥੇ ਗੱਲ ਕਰ ਲਓ ਜਾਂ ਰੈਲੀਆਂ ਵਿੱਚ, ਕਿਸੇ ਨੂੰ ਕੋਈ ਡਰ ਹੀ ਨਹੀਂ ਹੈ। ਮਾਸਕ ਕਿਸੇ ਨੇ ਪਾਇਆ ਹੀ ਨਹੀਂ ਹੋਇਆ, ਔਰ ਹਰ ਬੰਦਾ ਕਹਿੰਦਾ ਯਾਰ ਕਰੋਨਾ ਕੀ ਚੀਜ਼ ਹੈ। ਲੇਕਿਨ ਪਤਾ ਉਹਨੂੰ ਲੱਗਦਾ ਜਿਹਦੀ ਫੈਮਿਲੀ ਦਾ ਮੈਂਬਰ ਜਾਂਦਾ ਜਾਂ ਉਹਦੇ ਆਪਣੇ ਆਪ ਤੇ ਗੁਜ਼ਰਦੀ ਹੈ, ਉਹਨੂੰ ਫਿਰ ਪਤਾ ਲੱਗਦਾ ਕਿ ਕਰੋਨਾ ਵਾਕਈ ਕੋਈ ਚੀਜ਼ ਹੈ ਜੀ। ਸੋ ਇਹਦੇ ਨਾਲ ਨਜਿੱਠਣ ਲਈ ਹਾਂਜੀ ਜੀ 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 ਮੈਂ ਜਿਹੜੀ, ਕਿਉਂਕਿ ਮੈਂ ਇੱਕ ਵਾਰੀ ਦੋਸਤੋ ਤੁਹਾਨੂੰ ਫਿਰ ਇਹ ਗੱਲ ਦੱਸਦੇ ਆ, ਕਿਉਂਕਿ ਸਾਡਾ ਵਾਹ ਰਹਿੰਦਾ ਹੈ ਓਬਰਾਏ ਸਾਹਿਬ ਨਾਲ ਵੀ। ਮੈਨੂੰ ਇਸ ਗੱਲ ਦਾ ਪਤਾ ਹੈ ਕਿ ਇਹਨਾਂ ਕੋਲ ਵੱਡੇ ਵੱਡੇ ਪੋਲੀਟੀਸ਼ੀਅਨ, ਵੱਡੀਆਂ ਸੰਸਥਾਵਾਂ ਦੇ ਮੁਖੀ ਵੀ ਪਹੁੰਚ ਕਰਦੇ ਆ। ਅੱਜ ਕੱਲ ਇੱਕ ਤਾਂ ਵੈਂਟੀਲੇਟਰ ਹੈ, ਲੇਕਿਨ ਅੱਜ ਕੱਲ ਵੈਂਟੀਲੇਟਰ ਤੋਂ ਬਾਅਦ ਇੱਕ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਡਰ ਪੈਦਾ ਹੋ ਗਿਆ ਕਿ ਸਾਨੂੰ ਘਰ ਦੇ ਵਿੱਚ ਆਕਸੀਜਨ ਦਾ ਇੱਕ ਕਨਵਰਟਰ ਹੁੰਦਾ ਜੀ, ਉਹਦੀ ਮੰਗ ਇਹਨਾਂ ਕੋਲ ਬੜੀ ਵਧੀ ਹੈ। ਅੱਜ ਸਾਡੇ ਬਹੁਤ ਸਤਿਕਾਰ ਦੇ ਪਾਤਰ ਸਰਦਾਰ ਤਰਲੋਚਨ ਸਿੰਘ, ਜਿਹੜੇ ਫੋਰਟਿਸ ਮੋਹਾਲੀ ਦੇ ਵਿੱਚ ਜੇਰੇ ਇਲਾਜ ਨੇ, ਅੱਜ ਉਹਨਾਂ ਦੀ ਹਾਲਤ ਬੇਸ਼ੱਕ ਬਹੁਤ ਬਿਹਤਰ ਹੈ ਔਰ ਆਊਟ ਆਫ ਡੇਂਜਰ ਨੇ। ਅੱਜ ਉਹ 16ਵੇਂ-17ਵੇਂ ਦਿਨ ਦੇ ਵਿੱਚ ਕਰੋਨਾ ਤੋਂ ਪੀੜਤ ਹੋਣ ਦੇ ਬਾਵਜੂਦ, ਅੱਜ ਜਦੋਂ ਮੈਂ ਸਰਦਾਰ ਸਾਹਿਬ ਨਾਲ ਗੱਲ ਕਰ ਰਿਹਾ ਸੀ, ਓਬਰਾਏ ਸਾਹਿਬ ਨਾਲ, ਤੇ ਮੈਨੂੰ ਇਹਨਾਂ ਨੇ ਕੁਝ ਬਹੁਤ ਤਲਖ ਸੱਚਾਈਆਂ ਦੱਸੀਆਂ ਨੇ। ਸਰਦਾਰ ਸਾਹਿਬ, ਇਹ ਜਿਹੜਾ ਇਹ ਸੇਵਾ ਵਾਲੀ ਗੱਲ ਦੇ ਵਿੱਚ ਮੈਨੂੰ ਤਲਖ ਹਕੀਕਤਾਂ ਨਾਲ ਜ਼ਰਾ ਰੂਬਰੂ ਕਰਾਇਓ। ਦੇਖੋ ਰੰਧਾਵਾ ਸਾਹਿਬ, ਬਾਕੀ ਤਾਂ ਸਾਰੀਆਂ ਜਿਹੜੀਆਂ ਫੈਸਿਲਿਟੀਜ਼ ਆਪਾਂ ਦੇ ਰਹੇ ਸੀ ਜਾਂ ਇਕਵਿਪਮੈਂਟ ਦੇ ਰਹੇ ਸੀ, ਜਿਹੜਾ ਉਹ ਤਾਂ ਸੈਕੰਡਰੀ ਚੀਜ਼ ਹੈ। ਅੱਜ ਜਿਹੜੀ ਜਿੱਦਾਂ ਹੁਣ ਆਕਸੀਜਨ ਨਹੀਂ ਮਿਲ ਰਹੀ ਕਿਸ ਲਈ, ਇਸ ਲਈ ਘਰ ਵਾਸਤੇ ਹਰ ਬੰਦਾ ਚਾਹੁੰਦਾ ਕਿ ਸਾਨੂੰ ਆਕਸੀਜਨ ਜਿਹੜਾ ਕੰਸਨਟਰੇਟਰ ਹੈ ਉਹਦੀ ਲੋੜ ਹੈ। ਉਹਦੀ ਅੱਜ ਥੋੜਾ ਅੱਜ ਉਹ ਬਾਜ਼ਾਰ 'ਚ ਮਿਲ ਨਹੀਂ ਰਿਹਾ। ਜਿਹੜਾ ਕਿ ਪਿਛਲੇ ਸਾਲ ਮੈਂ 50 ਲਏ ਸੀ ਔਰ ਮੈਨੂੰ 34-35 ਹਜ਼ਾਰ ਦਾ ਇੱਕ ਮਿਲਿਆ ਸੀ, ਅੱਜ 1.5-2 ਲੱਖ ਵਿੱਚ ਵੀ ਉਹ ਅਵੇਲੇਬਲ ਨਹੀਂ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਅਸੀਂ ਜਿਨ੍ਹਾਂ ਨੂੰ ਦਿੱਤੇ ਸੀਗੇ ਉਹ ਆਪਣੇ ਘਰਾਂ 'ਚ ਉਹਨਾਂ ਨੇ ਰੱਖੇ ਹੋਏ ਨੇ। ਮੈਂ ਇੱਕ ਮੈਂ ਬੇਨਤੀ ਕਰਨੀ ਚਾਹਾਂਗਾ,
ਦੇਖੋ ਅਸੀਂ ਵੀ ਕਾਫੀ ਜਿਹੜੇ ਨਾ ਦਿੱਤੇ ਹੋਏ ਨੇ, ਜਿਹਨੂੰ ਲੋੜ ਹੁੰਦੀ ਹੈ 5-7 ਦਿਨ 10 ਦਿਨ ਦੀ ਲੋੜ ਹੁੰਦੀ, ਉਸ ਤੋਂ ਬਾਅਦ ਉਹਨਾਂ ਦੇ ਕੰਮ ਦਾ ਨਹੀਂ ਆ ਉਹ, ਲੇਕਿਨ ਫਿਰ ਵੀ ਉਹਨੂੰ ਘਰ 'ਚ ਸੰਭਾਲ ਕੇ ਰੱਖ ਲੈਂਦੇ ਕਿ ਨਹੀਂ ਅਗਾਂਹ ਲੋੜ ਪਏਗੀ। ਇਹ ਨਹੀਂ ਦੇਖਦੇ ਕਿ ਜਿਹਨੂੰ ਅੱਜ ਲੋੜ ਹੈ, ਜਿਹੜਾ ਅੱਜ ਬੰਦਾ ਮਰ ਰਿਹਾ, ਅਸੀਂ ਕਿਉਂ ਨਾ ਉਹਨੂੰ ਅੱਗੇ ਭੇਜੀਏ ਜੀ। तो हुण असीं लिस्ट बना के साडे ऑफिस वालों ने फोन करने शुरू कर दिते हैं कि साडे जिथे असीं दिते हुए ने असीं उन्हां कोलों वापस मंगा के होर अगे दे रहे हैं, क्योंकि इन्नी डिमांड है उहदी। इंडिया 'च मिल नहीं रहा, वो पंजाब 'च मिल नहीं रहा। चलो वो वक्री गल है कि अज मैं इत्थे ऑर्डर दिता सी तकरीबन 100 के करीब जिहड़ा मेरे कोल इसले ऑक्सीजन जिहड़े कंसनट्रेटर है वो मेरे कोल आ चुके ने जां कल तक आ जाणगे। और मेरी कोशिश है कि इन्हां में कुछ इस तरह करके जिद्दां 20 दिल्ली 'च भेज रहे हैं जां पंजाब 'च जां हरियाणा जिथे जिथे भेजने ने असीं उस हिसाब नाल भेज के इसे तरह अलॉटमेंट करांगे असीं अपने ट्रस्ट के थ्रू कि तां जो एक फैमिली की जान बच जाती है तो उत्थों आपां लैके दूसरे बन्ने दईए। सो इस तरीके नाल मेरी यही रिक्वेस्ट है कि अपने घरां विच ना रखो, इहनूं जिथों ले हुए ने तुसीं वापस जरूर करो। ਜਿਹੜੀ ਅਫਗਾਨਿਸਤਾਨ ਵਾਲੀ ਖਬਰ ਆ ਰਹੀ ਹੈ, ਇਹ ਸੱਚਮੁੱਚ ਤੁਸੀਂ ਜਿਹੜੇ ਸ਼ਰਨਾਰਥੀ ਆ ਉਹਨਾਂ ਲਈ ਵੀ ਕੁਝ ਕਰ ਰਹੇ ਹੋ? ਦੇਖੋ ਮੈਨੂੰ ਅਫਗਾਨਿਸਤਾਨ ਐਮਬੈਸੀ ਵੱਲੋਂ ਸਾਨੂੰ ਰਿਟਨ ਮੇਲ ਆਈ ਹੋਈ ਹੈ, ਉਹਨਾਂ ਦੀ ਰਿਕੁਐਸਟ ਵੀ ਆਈ ਸੀ। तो उन्होंने कुछ तो उन्होंने समान चाहिए सी पहला जो जिदा पीपी किटां ते सारा वो तो असीं चलो भेज दी सारी भेज रहे हैं असीं सारा साडी तैयारी है पूरी। लेकिन इस तो इलावा उन्होंने सानूं कहा सी कि 18 तो 20 हज़ार जिहड़े शरारती हैगे ने ज़्यादा दिल्ली विच हैगे ने, तो उन्हां दी हालत ज़्यादा खराब है और थ्रू अंबैसी ही जा रहे हैं। सानूं सारे बंदियां दियां वो पूरे नाम लिस्टां वगैरह सब कुछ दे रहे ने वो, तो वो मंग रहे सी। कुछ राशन काफ़ी लंबी चौड़ी लिस्ट सी। असीं 3 महीने का राशन जिहड़ा ट्रस्ट वालों वो देना उन्होंने कीता कि 3 महीने तक राशन असीं तुहानूं पहुँचावांगे 20,000 बंदे दा। सो वो असीं जिद्दां ही उहदी हुण अज वैसे लैटर हुणी 10 मिनट पहला मैनूं लैटर आ गई है एम्बेसडर साहब दी, उहदे फर्स्ट सैकटरी साहब ने भेजी है। सो असीं इसे हफ्ते दे विच करके ते इन्हां नूं सप्लाई शुरू करके 3 महीने देआंगे असीं उहनां नूं। मैनूं उबराए साहब ये जरूर दसो, हालांकि सेवा दे उत्ते सवाल नहीं उठदा, संस्थावां वड्डियां संस्थावां जिन्हां दे उत्ते सवाल उठ रहे हैं, लेकिन तुहानूं लैके अजे तक गुरु की कृपा है कि तुहाडे ते किसी ने उंगल नहीं चक्की। फिर भी लोग एक सवाल करते हैं कि यार बंदा अपनी जेब चों इन्ने पैसे ला रहा, आखिर कोई हिडन मकसद तो नहीं तुहाडा? लोग सोचते होंदे हैं कि जेकर कोई इन्नी एफर्ट्स कर रहा है तो किते वो कल नूं इत्थों ना बना के अगे वधना चाहे कि मैं पॉलिटिक्स विच आउणा है। ये मेरा सवाल 2-3 वारी पहलां भी होया, अज एक वखरे संदर्भ विच है कि जदों तुसीं तुरे सी उदों मिशन मन च की सीगा ते अज वो मिशन अगे नालों दृढ़ होया। किते इंज त नहीं आउंदा कि यार मैं घर फूक तमाशा वेखी जाना, इन्ने पैसे रोड़ी जाना कि अगलियां पीढ़ियां सौखियां जी लैणगियां, ये नहीं मन च ख्याल आउंदा। आपां तां गंढा बन के रखी जाने जी। उबराए साहब मैं तां गंढ बन के रख लैना, मेरे को 10 रुपये भी आ जाण मैं नहीं छड्डदा। ਤੁਸੀਂ ਜਿਹੜੀ ਗੱਲ ਕੀਤੀ ਨਾ ਕਿ ਮੈਂ ਇੰਨਾ ਪੈਸਾ ਸਿੱਟੀ ਜਾਂਦਾ, ਮੈਂ ਸਿੱਟੀ ਨਹੀਂ ਜਾਂਦਾ, ਮੈਂ ਲਾਹੇ ਲਾ ਰਿਹਾ। ਇਹ ਕਿਸੇ ਪਾਸੇ ਲੱਗ ਰਿਹਾ ਮੇਰਾ ਪੈਸਾ, ਇਹੀ ਮੇਰੀ ਕਮਾਈ ਹੈ। ਬਾਕੀ ਪੋਲਿਟਿਕਸ ਬਾਰੇ ਇਹ ਤੁਹਾਡੇ ਤੋਂ ਜ਼ਿਆਦਾ ਮੈਨੂੰ ਕੋਈ ਨਹੀਂ ਜਾਣਦਾ ਮੇਰੇ ਹਿਸਾਬ ਨਾਲ। ਹਾਂ ਨਹੀਂ ਮੈਂ ਦਾਅਵਾ ਕਰ ਸਕਦਾ ਕਿ ਤੁਸੀਂ ਬਿਲਕੁਲ ਸਾਫ਼ ਅੰਦਰੋਂ ਬਾਹਰੋਂ ਇੱਕੋ ਜਿਹੇ ਹੋ। ਜੋ ਮਿਸ਼ਨ ਮੈਂ ਅੱਜ ਤੋਂ 10 ਸਾਲ ਪਹਿਲਾਂ ਲੈ ਕੇ ਚੱਲਿਆ ਸੀ ਸੇਵਾ ਨੂੰ ਲੈ ਕੇ, ਉਦੋਂ ਵੀ ਮੇਰੀ ਪੋਲਿਟਿਕਸ 'ਚ ਨਾ ਸੀਗੀ। ਅੱਜ 10 ਸਾਲ ਬਾਅਦ ਵੀ ਮੇਰਾ ਉਹੀ ਮਿਸ਼ਨ ਹੈ, ਮੈਂ ਉਸੇ ਤਰੀਕੇ ਨਾਲ ਚੱਲਿਆ ਹੋਇਆ। तो मेरी कोई तांग नहीं किसी पासे भी। कोई पॉलिटिक्स अगर बहुत दूर की गल है, मेरे लागे भी नहीं कितने लगती है। पर यह है कि जो मेरा मिशन है, जो चाहे वो बच्चों को बचाना हो गया, चाहे डेड बॉडियां ले जानियां हो गई, चाहे अजकल देखो लड़कियां फसियां इतने, लड़के फसे हुए हैं, उन्होंने मैं जिन्ना मेरा बस चलता है मैं इतने पेमेंटा करके जो कर रहा। एजेंटा के अगेंस्ट जो बहुत वड्डा मैं एक मुहिम शुरू की है, जी मैं उन्होंने कोर्टां जाके लैके गया उन्होंने। अज तो यह पोजीशन हो गई कि हुण पिछे मैं 6 बंदे लैके गया, 2 लड़कियां 4 लड़के। तो उस एजेंट ने उन्होंने लड़कियों कोल बुला के अपने बटाले बुला के ते उन्होंने 60-60 हज़ार रुपया वापस करता। तो नाल ये भी गल कही कि उबराए साहब नूं दस दो कि सानूं साडे पैसे मिल गए। मतलब इन्ना असर होया एजेंटां नूं, इन्ना डर हो गया कि नहीं हुण वाकई कोई बंदा सानूं कोर्ट 'च खिच सकदा, जिस चीज़ की लोड़ भी है। क्योंकि साडी जवान कुड़ियां जिहड़ियां जो उन्हां दी हालत इत्थे हो रही है, मैं तुहानूं एक्सप्लेन नहीं कर सकदा। सो इस तरीके नाल जिहड़ा साडा मिशन मेरा तो यही हैगा कि हर लोड़वंद तक असीं पहुंचीए। सो कोशिश है हुण अजकल जिहड़ी साडी तैयारी रंधावा साहब हो रही है, वो हो रही है फिर दोबारा वही मैडिकल दियां जिहड़ियां फैसिलिटीज़ देनियां ने जां इक्विपमेंट्स देने ने, उहदे असीं ऑर्डर दे रहे हैं ते नाल नाल माल सारा इकट्ठा कर रहे हैं क्योंकि लोड़ उहदी पै रही है। अज देखो हुण एंबूलेंस की गल करिए, अज दिल्ली तो जिसले कोई पेशेंट लेना पैंदा, चाहे पानीपत, चाहे करनाल, चाहे चंडीगढ़ है, कोई 40,000 मंग रहा, 50,000 मंग रहा। ਤੇ ਹੁਣ ਮੈਂ ਕਿਹਾ ਸਾਡੀਆਂ ਸਭ ਤੋਂ ਪਹਿਲਾਂ ਮੈਂ 4 ਜਿਹੜੀਆਂ ਸਾਡੀਆਂ ਐਂਬੂਲੈਂਸਿਸ ਨੇ ਉਹ ਮੈਂ ਇਸ ਰੂਟ ਤੇ ਚਲਾ ਰਿਹਾ ਆਪਣੀ ਕਰਨਾਲ, ਪਾਣੀਪਤ, ਦਿੱਲੀ। ਔਰ ਸਿਰਫ 10 ਰੁਪਏ ਕਿਲੋਮੀਟਰ ਜਿਹੜਾ ਅਸੀਂ ਰੱਖਿਆ, ਜਿਹੜਾ ਕਿ ਤੇਲ ਦਾ ਖਰਚਾ ਹੈ, ਕਿ 10 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਜਿਹੜੀ ਹੈ ਉਹ ਐਂਬੂਲੈਂਸ ਜਿਹੜੀ ਉਹ ਇੱਕ ਕਿਸਮ ਦੀ ਫ੍ਰੀ ਸੇਵਾ ਹੋ ਗਈ। ਸੋ ਇਹ ਬਹੁਤ ਜਲਦੀ ਸ਼ੁਰੂ ਕਰ ਰਹੇ ਹਾਂ। ਪਿੱਛੇ ਜੇ ਤੁਹਾਨੂੰ ਪਤਾ ਅਸੀਂ ਜਿੱਦਾਂ ਡਿਸਟ੍ਰਿਕਟ ਵਾਈਜ਼ ਸਾਨੂੰ ਡਿਪਟੀ ਕਮਿਸ਼ਨਰ ਵੱਲੋਂ ਆਏ ਸੀ ਸਾਨੂੰ ਕਿ ਡੈਥਾਂ ਉਦੋਂ ਬਹੁਤ ਹੋਈਆਂ ਸੀ, ਲੇਕਿਨ ਉਹਨਾਂ ਦੇ ਮੁਕਾਬਲੇ ਅੱਜ ਤੇ ਡੈਥਾਂ ਬਹੁਤ ਜ਼ਿਆਦਾ ਨੇ।
ਤੇ ਉਦੋਂ ਵੀ ਸਾਡੀ ਜਿਹੜੀਆਂ ਸ਼ਵ ਵੈਨਾਂ ਸੀਗੀਆਂ ਘੱਟ ਸੀਗੀਆਂ, ਅਸੀਂ ਦਿੱਤੀਆਂ 12 ਕਿ 13 ਵੈਨਾਂ ਦਿੱਤੀਆਂ ਸੀਗੀਆਂ। ਅੱਜ ਫਿਰ ਮੈਂ ਆਰਡਰ ਕਰ ਦਿੱਤੇ ਨੇ ਕਿ ਸਾਨੂੰ ਸ਼ਵ ਵੈਨ ਜਿਹੜੀਆਂ ਚਾਹੀਦੀਆਂ ਨੇ, ਤਾਂ ਜੋ ਜਿਹੜੀਆਂ ਡੈਡ ਬੋਡੀਜ਼ ਆ ਰਹੀਆਂ ਨੇ, ਕੋਈ ਰਿਕਸ਼ੇ ਤੇ ਆ ਰਹੀ ਹੈ, ਕੋਈ ਸਾਈਕਲ ਤੇ ਚੁੱਕ ਕੇ ਲਿਆ ਰਹੇ ਨੇ, ਸ਼ਮਸ਼ਾਨ ਘਾਟ ਜਾ ਰਹੇ ਨੇ। ਸੋ ਇਹ ਹਾਲਤ ਦੇਖੀ ਨਹੀਂ ਜਾਂਦੀ। ਇਸ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਸਾਡੇ ਫਿਰ ਅਸੀਂ ਬਜਟ, ਕੱਲ ਸਾਡੀ ਮੀਟਿੰਗ ਸੀ, ਅਸੀਂ ਬਜਟ ਫਿਰ ਫਿਕਸ ਕੀਤੇ ਨੇ ਕਿ ਸਾਨੂੰ ਇਸ ਵਾਰੀ ਹੁਣ ਕਰੋਨਾ ਨਾਲ ਫਾਈਟ ਕਰਨ ਦੇ ਸਾਡੇ ਬਜਟ ਸਾਨੂੰ ਕਾਫੀ ਵੱਡੇ ਰੱਖਣੇ ਪੈਣੇ ਨੇ। ਦੂਜੀ ਤੁਸੀਂ ਗੱਲ ਕੀਤੀ ਕਿ ਮੇਰੇ ਤੇ ਕੋਈ ਉਂਗਲ ਨਹੀਂ, ਉਂਗਲ ਕਿਉਂ ਉਠਾਏਗਾ ਕੋਈ? ਜਾਂ ਤਾਂ ਮੈਂ ਕਿਸੇ ਤੋਂ 10 ਰੁਪਏ ਲੈਂਦਾ ਹੋਵਾਂ, ਕਿਸੇ ਪ੍ਰਾਈਵੇਟ ਬੰਦੇ ਕੋਲੋਂ, ਕਿਸੇ ਕੰਟਰੀ ਕੋਲੋਂ ਜਾਂ ਕਿਸੇ ਸਰਕਾਰਾਂ ਕੋਲੋਂ ਮੈਂ ਪੈਸਾ ਮੰਗਦਾ ਹੋਵਾਂ, ਫਿਰ ਤੇ ਕੋਈ ਉਂਗਲ ਖੜੀ ਕਰੇ ਕਿ ਇਹ ਭਰਾਏ ਪੈਸਾ ਲੈ ਕੇ ਕਿੱਥੇ ਖਰਚ ਕਰ ਰਹੇ ਆ। ਜਦ ਮੈਂ ਆਪਣੀ ਜੇਬ ਤੋਂ ਖਰਚਨੇ ਤੇ ਫਿਰ ਕਿਸੇ ਨੂੰ ਇਹ ਹੱਕ ਵੀ ਨਹੀਂ ਬਣਦਾ ਮੈਨੂੰ ਇਹ ਟੋਕਣ ਦਾ ਜਾਂ ਮੈਨੂੰ ਪੁੱਛਣ ਦਾ ਕਿ ਤੂੰ ਕੀ ਕਰ ਰਿਹਾ। ਮੈਂ ਸੁਣਨ ਵਾਲਿਆਂ ਨੂੰ ਇਹ ਦੱਸ ਦਿਆਂ ਕਿ ਓਬਰਾਏ ਸਾਹਿਬ ਲੰਘੀ 15 ਤਰੀਕ ਨੂੰ ਦੁਬਈ ਚਲੇ ਗਏ, ਲੇਕਿਨ ਮੈਨੂੰ ਪਤਾ ਹੈ ਕਿ ਇਹਨਾਂ ਦੀ ਮਾਨਸਿਕ ਅਵਸਥਾ ਬੜੀ ਖਰਾਬ ਹੈ ਕਿ ਫਲਾਈਟਸ ਬੰਦ ਹੋ ਗਈਆਂ। ਇਹ ਚਾਹੁੰਦੇ ਕਿ ਮੈਂ ਆਪਣੇ ਲੋਕਾਂ 'ਚ ਰਵਾਂ ਤੇ ਜੋ ਵੀ ਸਰਵਿਸ ਅਸੀਂ ਦੇ ਰਹੇ ਹਾਂ ਉਹਨੂੰ ਮੈਂ ਉਹਦੀ ਨਿਗਰਾਨੀ ਆਪ ਕਰਾਂ। ਇਹਨਾਂ ਦੀ ਖਾਹਿਸ਼ ਰਹਿੰਦੀ ਆ ਕਿ ਲੋੜਵੰਦ ਜਿਹੜੇ ਆ ਉਹਨਾਂ ਨਾਲ ਕਿਤੇ ਜ਼ਿਆਦਤੀ ਨਾ ਹੋਵੇ ਜਾਂ ਉਹਨਾਂ ਨੂੰ ਵੇਟ ਨਾ ਕਰਨੀ ਪਵੇ। ਜੇ ਪੈਸੇ ਖਰਚ ਹੀ ਰਹੇ ਆ ਤੇ ਉਹਨਾਂ ਲੋਕਾਂ ਤੱਕ ਪਹੁੰਚਣ ਜਿਹੜੇ ਲੋਕ ਸੱਚਮੁੱਚ ਨੇੜੀ ਆ। ਦੂਜੀ ਗੱਲ, ਮੈਂ ਸਰਦਾਰ ਸਾਹਿਬ ਹੱਕ ਰੱਖਦਾ ਇਹ ਪੁੱਛਣ ਦਾ ਬਤੌਰ ਪੰਜਾਬੀ। ਲੋਕ ਕਹਿੰਦੇ ਨੇ ਦੋ ਪਹਿਲੂ ਨੇ, ਇੱਕ ਪਹਿਲੂ ਤਾਂ ਇਹ ਹੈ ਕਿ ਮੰਨ ਲਓ ਇੱਥੇ ਕੋਈ ਮਾੜਾ ਜਿਹਾ ਮੇਲਾ ਵੀ ਲਾਉਣ ਤੁਰਦਾ ਤੇ ਉਹ ਪਹਿਲਾਂ ਗ੍ਰਾਈ ਕਰਨ ਤੁਰ ਪੈਂਦਾ। ਤੁਸੀਂ ਗੱਲ ਕਲੀਅਰ ਕਰਤੀ ਕਿ ਤੁਸੀਂ ਜੇਬ ਚੋਂ ਲਾਉਂਦੇ ਹੋ। ਦੂਜੀ ਗੱਲ, ਅੱਜ ਦੇ ਯੁੱਗ 'ਚ ਜਦੋਂ ਸਾਰੇ ਬੰਨੇ ਮਾਰਾਮਾਰੀ ਆ ਤੇ ਪੈਸੇ ਤੇ ਸਹੂਲਤਾਂ ਨੂੰ ਲੈ ਕੇ ਅਸੀਂ ਹਰੇਕ ਸਿਆਸਤਦਾਨ ਨੂੰ ਇਸ ਘੇਰੇ 'ਚ ਰੱਖ ਸਕਦੇ ਹਾਂ। ਪਰਸੈਪਸ਼ਨ ਬਣ ਗਈ ਹੈ ਕਿ ਪੋਲਿਟਿਕਸ ਵਿੱਚ ਲੋਕ ਸਹੂਲਤਾਂ ਲਈ ਆਉਂਦੇ, ਤਾਕਤ ਲਈ ਆਉਂਦੇ। ਤੁਸੀਂ ਕਿਉਂਕਿ ਨਾ ਤਾਂ ਪੈਸਾ ਲੈ ਰਹੇ ਹੋ, ਪੈਸਾ ਜੇਬ ਚੋਂ ਲਾ ਰਹੇ ਹੋ। ਇਹੀ ਸਭ ਤੋਂ ਵੱਡਾ ਦੋਸ਼ ਹੈ ਕਿ ਪੋਲੀਟੀਸ਼ੀਅਨ ਮਾਲ ਇਕੱਠਾ ਕਰਦੇ ਅਗਲੀ ਇਲੈਕਸ਼ਨ ਲਈ ਤੁਰ ਪੈਂਦੇ। ਲੋਕ ਕਿਉਂ ਨਾ ਇਹ ਤੁਹਾਡੇ ਤੇ ਸਵਾਲ ਕਰਨ ਕਿ ਜੇ ਸੇਵਾ ਕਰ ਰਹੇ ਹੋ ਤੇ ਜਿਹੜੀ ਸਟੇਟ ਨੂੰ ਦਰਕਾਰ ਹੈ ਐਸੇ ਬੰਦੇ ਜਿਨ੍ਹਾਂ ਦੀ ਸਹੁੰ ਖਾਧੀ ਜਾ ਸਕੇ, ਜਿਨ੍ਹਾਂ ਦੀ ਸਹੁੰ ਖਾਧੀ ਜਾ ਸਕੇ ਇਹ ਕਰਪਟ ਨਹੀਂ, ਜਿਨ੍ਹਾਂ ਦੀ ਸਹੁੰ ਖਾਧੀ ਜਾ ਸਕੇ ਕਿ ਉਹਨਾਂ ਆਪਣੇ ਘਰ ਦੇ ਨਿਆਣਿਆਂ ਲਈ, ਆਪਣੀਆਂ ਅਗਲੀਆਂ 10 ਪੀੜ੍ਹੀਆਂ ਲਈ ਮਾਲ ਅਸਬਾਬ ਇਕੱਠਾ ਨਹੀਂ ਕਰਨਾ, ਜਿਨ੍ਹਾਂ ਦੀ ਸਹੁੰ ਖਾਧੀ ਜਾ ਸਕੇ ਕਿ ਉਹ ਨਿਮਾਣੇ ਨਤਾਣੇ ਨਪੀੜਿਆਂ ਦੀ ਮਦਦ ਕਰਨਗੇ, ਜਿਨ੍ਹਾਂ ਦੀ ਸਹੁੰ ਖਾਧੀ ਜਾ ਸਕੇ ਕਿ ਉਹ ਬਿਜ਼ਨਸ 'ਚ ਕਾਮਯਾਬ ਨੇ ਤੇ ਸਟੇਟ ਦਾ ਬਿਜ਼ਨਸ ਵੀ ਤਗੜਾ ਕਰਨਗੇ, ਪੰਜਾਬ ਦਾ ਇਨਫਰਾਸਟਰਕਚਰ ਬੁਲੰਦੀ ਵੱਲ ਜਾਊਗਾ, ਇੱਥੋਂ ਹਿਜਰਤ ਰੁਕੂਗੀ। ਲੋਕਾਂ ਦਾ ਹੱਕ ਬਣਦਾ ਹੈ ਤੁਹਾਨੂੰ ਪੁੱਛ ਲੈਣ ਕਿ ਗੁਰਾਇਆ ਸਾਹਿਬ ਇੰਨੀ, ਮਾਫ ਕਰਨਾ ਓਬਰਾਏ ਸਾਹਿਬ, ਇੰਨੀ ਬੇਰੁਖੀ ਕਿਉਂ? ਤੁਸੀਂ ਨਾ ਕਿਵੇਂ ਕਰ ਸਕਦੇ ਹੋ? ਤੁਸੀਂ ਲੋਕਾਂ ਦੀਆਂ ਆਸ਼ਾਵਾਂ ਦੇ ਉਲਟ ਕਿਵੇਂ ਖੜੇ ਹੋ ਸਕਦੇ ਹੋ ਕਿ ਮੈਂ ਪੋਲਿਟਿਕਸ ਕਰਨੀ ਨਹੀਂ? ਆਖਿਰ ਪੋਲਿਟਿਕਸ ਇੰਨੀ ਮਾੜੀ ਕਿਵੇਂ ਆ? ਉਤਰ ਕੇ ਤਾਂ ਦੇਖੋ, ਉਤਰੇ ਤਾਂ ਤੁਸੀਂ ਹੋਏ ਹੋ, 4 ਇਲਜ਼ਾਮ ਹੀ ਲੱਗ ਜਾਣਗੇ, ਕੀ ਫਰਕ ਪੈਂਦਾ? ਇਹਨੇ ਡਰਦੇ ਕਿਉਂ ਜੀ? ਨਹੀਂ ਨਹੀਂ, ਇਹ ਮੈਂ ਇਹ ਕਿਹਾ ਨਹੀਂ ਕਿ ਪੋਲਿਟਿਕਸ ਮਾੜੀ ਹੈ, ਮੈਂ ਤਾਂ ਕਹਿ ਰਿਹਾ ਪੋਲਿਟਿਕਸ ਗੰਦੀ ਹੈ। ਇਸ ਕਰਕੇ ਮੈਂ ਦਲਦਲ 'ਚ ਫਸਣਾ ਨਹੀਂ ਚਾਹੁੰਦਾ, ਕਿਉਂਕਿ ਮੈਂ ਜਿਸ ਰਾਹੇ ਚੱਲਿਆ ਮੈਨੂੰ ਚੱਲਣ ਦਿਓ। ਸੋ ਮੇਰਾ ਵੈਸੇ ਵੀ ਕੋਈ ਇੰਟਰਸਟ ਨਹੀਂ ਹੈ। ਬਾਕੀ ਮੈਂ ਸਾਫ਼ ਜੇ 2 ਲਫ਼ਜ਼ਾਂ 'ਚ ਗੱਲ ਹੈ ਕਿ ਮੈਂ ਪੋਲਿਟਿਕਸ ਵੱਲ ਪੈਸੇ ਜਾਣਾ ਚਾਹੁੰਦਾ ਹੀ ਨਹੀਂ ਹਾਂ। ਮੈਨੂੰ ਇੱਥੇ ਇੰਨੇ ਮਨ ਨੂੰ ਖੁਸ਼ੀ ਮਿਲ ਰਹੀ ਹੈ ਕਿ ਮੈਂ ਆਪਣੀ ਕਮਾਈ 'ਚੋਂ ਜਿਹੜਾ ਤਿਲ ਫੁੱਲ ਮੈਂ ਲਾ ਸਕਦਾ, ਮੈਂ ਪਬਲਿਕ ਦੇ ਹਿੱਸੇ ਲਾ ਰਿਹਾ, ਕਿਸੇ ਨੂੰ ਪੁੱਛਣਾ ਨਹੀਂ ਪੈ ਰਿਹਾ, ਕੁਛ ਨਹੀਂ ਕਰ ਰਿਹਾ, ਆਪਣੀ ਮਰਜ਼ੀ ਨਾਲ ਕੰਮ ਕਰਦਾ। ਸੋ ਮੈਂ ਮਤਲਬ ਕਿ ਰੰਧਾਵਾ ਸਾਹਿਬ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਂ ਦਿਲੋਂ ਬਹੁਤ ਸੈਟਿਸਫਾਈ ਹਾਂ ਇਸ ਤਰ੍ਹਾਂ ਸੇਵਾ ਕਰਕੇ। ਸੋ ਮੈਂ ਤਾਂ ਹੀ ਤੁਹਾਨੂੰ ਮੈਂ ਰਿਕੁਐਸਟ ਕਰ ਰਿਹਾ ਸੀ ਕਿ ਤੁਸੀਂ ਪੋਲਿਟਿਕਸ ਵਾਲੇ ਪਾਸੇ ਨਾ ਹੀ ਧੱਕੋ ਮੈਨੂੰ, ਨਾ ਹੀ ਕਰੋ। ABC ਨਹੀਂ ਆਉਂਦੀ ਮੈਨੂੰ ਪੋਲਿਟਿਕਸ ਦੀ। ਮੈਨੂੰ ਇਹ ਦੱਸ ਦਿਓ ਕਿ ਜਿਵੇਂ ਸਟੇਟ ਦਾ ਬਿਜ਼ਨਸ ਹੈ, ਅਦਾਰੇ ਨੇ, ਰੈਵਨਿਊ ਆ, ਜਿਵੇਂ ਅਸੀਂ ਖਰਚਾ ਕਰਦੇ ਹਾਂ, ਜਿਵੇਂ ਸਾਡੇ ਵੱਖ-ਵੱਖ ਹੈਡਸ ਨੇ, ਜਿਵੇਂ ਸਾਡੀਆਂ ਪਾਲਿਸੀਜ਼ ਨੇ, ਤੁਸੀਂ ਬਤੌਰ ਬਿਜ਼ਨਸਮੈਨ ਸਮਝਦੇ ਹੋ ਕਿ ਕਿਸੇ ਸਟੇਟ ਨੂੰ ਬਿਹਤਰ ਚਲਾਇਆ ਜਾ ਸਕਦਾ? ਵੈਸੇ ਇਹ ਚਲੋ ਸਿਆਸਤ ਦਾ ਸਵਾਲ ਤਾਂ ਨਹੀਂ, ਇਹ ਕਾਮਨ ਸਵਾਲ ਨੇ। ਇੱਕ ਸਫਲ ਬਿਜ਼ਨਸਮੈਨ ਦੱਸ ਤਾਂ ਸਕਦਾ ਹੈ ਨਾ ਕਿ ਕੀ ਅਸੀਂ ਜਿਸ ਸਥਿਤੀ 'ਚ ਫਸੇ ਹੋਏ ਹਾਂ, ਆਰਥਿਕ ਸੰਕਟ ਹੈ ਸਾਡੇ ਤੇ, ਇੱਥੋਂ ਨਿਕਲਿਆ ਜਾ ਸਕਦਾ? ਵੈਸੇ ਸਟੇਟ ਨਿਕਲ ਸਕਦੀ ਹੈ? ਬਿਲਕੁਲ ਨਿਕਲ ਸਕਦੀ ਹੈ। ਹੁਣ ਤੁਸੀਂ ਮੈਨੂੰ ਆਹਿਸਤਾ ਆਹਿਸਤਾ ਜਿਹੜਾ ਨਾ ਜੋ ਸਵਾਲਾਂ ਦੇ ਘੇਰੇ 'ਚ ਲੈ ਕੇ ਮੈਨੂੰ ਫਿਰ ਉੱਥੇ ਲਿਆਣਾ ਚਾਹ ਰਹੇ ਹੋ। ਬਾਕੀ ਮੈਂ ਜ਼ਰੂਰ ਦੱਸਣੀ ਚਾਹਾਂਗਾ, ਦੇਖੋ ਹੁਣ ਜੇ ਮੈਂ ਇੱਥੇ ਬੈਠਾ, ਦੁਬਈ 'ਚ ਬੈਠਾ, ਮੇਰੇ ਕਾਰੋਬਾਰ ਚੱਲ ਰਹੇ ਨੇ, 1000 ਤੋਂ ਬੰਦਾ ਕੰਮ ਕਰ ਰਿਹਾ ਉੱਥੇ, ਟਰਸਟ ਮੇਰੇ ਖੁੱਲ੍ਹੇ ਹੋਏ ਨੇ, 90 ਆਫਿਸ ਹੈਗੇ ਨੇ, 1300-1400 ਮੈਂਬਰ ਹੈ, ਉਹ ਸਾਰਾ ਸਿਸਟਮ ਬਣਿਆ ਹੋਇਆ ਨਾ ਜੀ। ਹੁਣ ਸਿਸਟਮ ਤਾਂ ਮੈਂ ਭਾਵੇਂ ਦੁਬਈ ਬੈਠਾ ਜਾਂ ਕਿਤੇ ਬੈਠਾ, ਮੈਂ ਬੜਾ ਈਜ਼ੀ ਹੈ ਮੇਰੇ ਲਈ। ਮੈਨੂੰ ਲੋਕ ਸਾਰੇ ਪੁੱਛਦੇ ਆ ਕਿ ਤੁਹਾਡੇ ਦਿਮਾਗ 'ਤੇ ਕੋਈ ਟੈਨਸ਼ਨ ਨਹੀਂ ਹੁੰਦੀ? ਤੁਸੀਂ 12-13 ਹਜ਼ਾਰ ਲੋਕਾਂ ਨੂੰ ਪੈਨਸ਼ਨ ਵੀ ਦਿੰਦੇ ਹੋ, 9-9.5 ਬੱਚਿਆਂ ਨੂੰ ਅਸੀਂ ਸਪੋਂਸਰਸ਼ਿਪ ਦਿੱਤੀ ਹੋਈ ਹੈ, ਐਜੂਕੇਸ਼ਨ ਦਾ ਦੇ ਰਹੇ ਹਾਂ ਅਸੀਂ, ਮੈਡੀਕਲ ਦੇ 4.5-5 ਬੰਦਾ ਹੈ, ਹੋਰ ਬੜੇ ਕੰਮ ਸਾਡੇ ਚੱਲ ਰਹੇ ਨੇ, ਲੇਕਿਨ ਸਭ ਸਮੂਥ ਨੇ। ਹਰ 10 ਤਰੀਕ ਤੋਂ ਪਹਿਲਾਂ ਜਿਹੜਾ ਸਾਡਾ ਸਾਰਾ ਸਿਸਟਮ ਬਣਿਆ ਕਿ ਹਰ ਡਿਸਟ੍ਰਿਕਟ ਵਾਈਜ਼ ਪੈਸਾ ਡਿਸਟਰੀਬਿਊਟ ਕਰਨਾ, ਉਹਦੀਆਂ ਲਿਸਟਾਂ ਬਣਨੀਆਂ।
ਪੈਸਾ ਟ੍ਰਾਂਸਫਰ ਕਰਨ ਤੋਂ ਬਾਅਦ ਫਿਰ 10 ਤਰੀਕ ਨੂੰ ਸਾਰੇ ਚੈੱਕ ਤਕਰੀਬਨ 14-15 ਹਜ਼ਾਰ ਚੈੱਕ ਕੱਟ ਹੁੰਦਾ ਹਰ ਮਹੀਨੇ। ਸੋ ਸਿਸਟਮ ਤੇ ਬਣਾਉਣ 'ਚ ਕੋਈ ਮਤਲਬ ਕਿ ਇਹੋ ਜਿਹੀ ਕੋਈ ਹੈ ਨਹੀਂ ਹੈ, ਬੜਾ ਈਜ਼ੀ ਹੈ। ਤੇ ਜਿੱਥੇ ਅਸੀਂ ਇੰਨਾ ਸਿਸਟਮ ਚਲਾ ਰਹੇ ਹਾਂ ਤੇ ਸਟੇਟ ਨੂੰ ਚਲਾਉਣਾ ਕੋਈ ਵੱਡੀ ਗੱਲ ਨਹੀਂ। ਹੈੱਡ ਤਾਂ ਸਾਰੇ ਉਹੀ ਨੇ ਜੀ, ਜਿਹੜੇ ਅਸੀਂ ਕਰ ਰਹੇ ਹਾਂ ਉਹੀ ਹੈੱਡ ਉੱਥੇ ਨੇ। ਲੇਕਿਨ ਥੋੜ੍ਹਾ ਜਿਹਾ ਅਗਰ ਤੁਸੀਂ ਸਮਝਦਾਰੀ ਨਾਲ, ਇਮਾਨਦਾਰੀ ਨਾਲ ਆਪਾਂ ਉਹਨੂੰ ਕਰੀਏ ਤੇ ਕੋਈ ਵੱਡੀ ਗੱਲ ਨਹੀਂ ਹੈ ਜੀ, ਚੱਲ ਸਕਦੀ ਹੈ। ਸਰ ਤੁਸੀਂ ਬਹੁਤ ਸੋਹਣੀ ਗੱਲ ਕਰਤੀ। ਇਹ ਇੱਕ ਮਿੱਤਰਤਾ 'ਚ ਤੁਸੀਂ ਮੈਨੂੰ ਹੁੰਗਾਰਾ ਭਰ ਗਏ, ਲੇਕਿਨ ਵੈਸੇ ਸੱਚ ਇਹ ਆ ਕਿ ਦੋ ਹੀ ਤਰੀਕੇ ਨੇ। ਇੱਕ ਤਾਂ ਤੁਹਾਡੇ ਕੋਲ ਤੁਹਾਡਾ ਰੈਵਨਿਊ ਜਿਵੇਂ ਆਉਂਦਾ, ਜਿਵੇਂ ਤੁਹਾਡੇ ਬਿਜ਼ਨਸ 'ਚ ਆਉਂਦਾ, ਤੇ ਦੂਜਾ ਸਟੇਟ ਵਾਂਗ ਤੁਸੀਂ ਵੈਲਫੇਅਰ ਦੀਆਂ ਪਾਲਿਸੀਜ਼ ਕਿਵੇਂ ਇੰਪਲੀਮੈਂਟ ਕਰਦੇ ਹੋ। ਦੋ ਹੀ ਗੱਲਾਂ ਨੇ, ਇੱਕ ਤਾਂ ਬਿਹਤਰ ਢਾਂਚੇ ਨੂੰ ਚਲਾਉਣਾ, ਇੱਕ ਬਿਜ਼ਨਸ ਦਾ ਵਿਸਥਾਰ ਕਰਨਾ, ਉਹਦੇ ਰੈਵਨਿਊ ਨੂੰ ਠੀਕ ਢੰਗ ਨਾਲ ਲਾਉਣਾ। ਜਿਹੜਾ ਇੱਕ ਸਟੇਟ ਦਾ ਕੰਮ ਹੈ ਉਹ ਇੱਕ ਵਿਅਕਤੀ ਕਰ ਰਿਹਾ, ਤੁਸੀਂ ਬਿਜ਼ਨਸ ਵੀ ਕਰਦੇ ਹੋ, ਪੈਸੇ ਵੈਲਫੇਅਰ ਲਈ ਵੀ ਲਾ ਰਹੇ ਹੋ। ਸਟੇਟ ਦਾ ਕੰਮ ਤਾਂ ਹੈ ਹੀ ਵੈਲਫੇਅਰ, ਬਿਜ਼ਨਸ ਤਾਂ ਹੈ ਹੀ ਨਹੀਂ, ਲੇਕਿਨ ਰੈਵਨਿਊ ਆਉਂਦਾ ਤਾਂ ਹੈਗਾ। ਇਸ ਵੇਲੇ ਜਿੱਥੇ ਪੰਜਾਬ ਖੜਾ ਹੈ, ਜਿੰਨਾ ਕਰਜ਼ਾ ਹੈ, ਜਿੰਨੇ ਸਾਡੇ ਸਰੋਤ ਆ, ਦੂਰੋਂ ਬਹਿ ਕੇ ਵੇਖਿਆ ਉਹ ਦੁਬਈ ਦੀ ਉੱਪਰਲੀ ਮੰਜ਼ਿਲ ਤੇ ਜਿੱਥੇ ਖਲੋ ਕੇ ਤੁਸੀਂ ਇੱਕ ਦਿਨ ਫੋਟੋ ਵੀ ਪਾਈ ਸੀ, ਬੜਾ ਸੋਹਣਾ ਸਮੁੰਦਰ ਵਹਿੰਦਿਆਂ, ਉੱਥੇ ਖਲੋ ਕੇ ਜਦੋਂ ਪੰਜਾਬ ਵੱਲ ਦੂਰ ਝਾਤੀ ਪਾਉਂਦੇ ਹੋ, ਤੁਹਾਨੂੰ ਲੱਗਦਾ ਇਹਨਾਂ ਕਰਜ਼ਿਆਂ ਦੀ ਪੰਡ ਲਾਈ ਜਾ ਸਕਦੀ? ਇਸ ਟੁੱਟੇ ਢਾਂਚੇ ਨੂੰ ਥਾਂ ਸਿਰ ਕੀਤਾ ਜਾ ਸਕਦਾ, ਇਸ ਅਰਥਚਾਰੇ ਨੂੰ ਲੀਹ ਤੇ ਲਿਆਂਦਾ ਜਾ ਸਕਦਾ? ਮੈਨੂੰ ਜਰਾ ਵਿਸਥਾਰ ਚ ਖੁੱਲ ਕੇ ਦੱਸੋ। ਮੈਂ ਨਹੀਂ ਕਹਿੰਦਾ ਤੁਸੀਂ ਸਿਆਸਤ ਵਿੱਚ ਆਓ, ਪਰ ਮੈਨੂੰ ਦੱਸੋ ਤਾਂ ਸਹੀ, ਕਰੀਏ ਕੀ, ਕਿਹੜੇ ਖੂਹ ਚ ਪਈਏ? ਦੇਖੋ ਰੰਧਾਵਾ ਸਾਹਿਬ, ਦੁੱਖ ਬੜਾ ਹੁੰਦਾ ਜਦੋਂ ਅਸੀਂ ਪੰਜਾਬ ਵੱਲ ਦੇਖਦੇ ਹਾਂ, ਬਿਜ਼ਨਸ ਖਤਮ ਹੁੰਦੇ ਜਾ ਰਹੇ ਨੇ। ਹੁਣ ਤੁਹਾਨੂੰ ਕੀ ਦੱਸਾਂ ਇਹਦੇ ਬਾਰੇ ਚ? ਨਹੀਂ ਦੱਸੋ ਜੀ। ਦੋ ਚਾਰ ਚੀਜ਼ਾਂ ਸੁਧਰ ਜਾਣ, ਅਗਰ ਅਸੀਂ ਆ ਜਿਹੜੀ ਤੁਹਾਡੀ ਚਾਹੇ ਉਹ ਰੇਤਾ ਬਜਰੀ ਹੈ, ਚਾਹੇ ਹੋਰ ਕੁਛ ਹੈ, ਚਾਹੇ ਜੋ ਵੀ ਆ ਚੱਲ ਰਿਹਾ ਸਾਰਾ ਕੁਛ, ਅਗਰ ਇਹਨਾਂ ਤੇ ਠੱਲ ਪਾ ਲਈ ਜਾਵੇ ਨਾ ਜੀ, ਤੇ ਪੈਸਾ ਤਾਂ ਬਹੁਤ ਹੈ ਸਰਕਾਰ ਕੋਲ। ਇਹ ਨਹੀਂ ਕਹਿ ਸਕਦੇ ਕਿ ਪੈਸਾ ਨਹੀਂ ਹੈਗਾ, ਇਨਕਮ ਨਹੀਂ ਆ ਰਹੀ ਕਿਤੋਂ। ਆ 3-4 ਕੰਮ ਜਿਹੜੇ ਰੋਕ ਦਿੱਤੇ ਜਾਣ ਨਾ ਜੀ, ਇਹਦੇ ਤੇ ਕੰਟਰੋਲ ਕਰ ਲਿਆ ਜਾਵੇ ਤੇ ਪੈਸਾ ਹੀ ਪੈਸਾ ਸਰਕਾਰ ਕੋਲ। ਐਸੀ ਗੱਲ ਨਹੀਂ ਹੈਗੀ ਮੇਰੇ ਹਿਸਾਬ ਨਾਲ। ਖੁੱਲ ਕੇ ਦੱਸੋ, ਝਿਜਕੋ ਨਾ ਸਰਦਾਰ ਜੀ। ਸੁਣੋ ਮੇਰੀ ਗੱਲ। ਦੇਖੋ ਤੁਸੀਂ ਪੰਜਾਬ ਦੇ ਨਹੀਂ, ਤੁਸੀਂ ਪੰਜਾਬ ਦੇ ਜੰਮੇ ਜਾਏ ਹੋ, ਤੁਸੀਂ ਪੰਜਾਬ ਦਾ ਦਰਦ ਵਿਆਹੁੰਦੇ ਪਏ ਹੋ, ਤੇ ਤੁਸੀਂ ਪੰਜਾਬ ਦੇ ਸਾਈਂ ਜੀਂਦੇ ਪਏ ਹੋ। ਐਡੀ ਕਿਹੜੀ ਝਿਜਕਾ? ਖੁੱਲ ਕੇ ਦੱਸੋ। ਤੁਸੀਂ ਨਹੀਂ ਕਰੋਗੇ, ਕੋਈ ਹੋਰ ਕਰੂਗਾ? ਇੱਕ ਪਿੱਛੇ ਖੜ ਕੇ ਬੰਦਾ ਇਹ ਦੂਰੋਂ ਝਾਤੀ ਪਾ ਕੇ ਵੇਖ ਤੇ ਸਕਦਾ ਨਾ ਦ੍ਰਿਸ਼ ਕਿਹੋ ਜਿਹਾ। ਸਮਝਾਓ ਜਰਾ ਸਾਨੂੰ ਕੋਈ ਰਾਹ ਨਹੀਂ ਦਿੰਦਾ। ਮੈਂ ਬਥੇਰਿਆਂ ਨੂੰ ਟੋਕ ਕੇ ਦੇਖ ਲਿਆ। ਮੈਂ ਤਾਂ ਇੰਨਾ ਕੁ ਤੁਹਾਨੂੰ ਦੱਸ ਰਿਹਾ, ਮੈਂ ਹਿੰਟ ਤੁਹਾਨੂੰ ਦੇ ਰਿਹਾ ਕਿ ਜਿਹੜੀ ਚੋਰ ਬਜ਼ਾਰੀ ਸਾਰਿਆਂ ਪਾਸੇ ਚੱਲ ਰਹੀ ਹੈ, ਅਗਰ ਇਹ ਰੋਕ ਦਿੱਤੀ ਜਾਵੇ ਤੇ ਇਹਦਾ ਜਿਹੜਾ ਰੈਵਨਿਊ ਇੰਨਾ ਜ਼ਿਆਦਾ ਹੈਗਾ ਕਿ ਆਰਾਮ ਨਾਲ ਤੁਸੀਂ ਚਲਾ ਸਕਦੇ ਹੋ ਇਹਨੂੰ। ਲੇਕਿਨ ਰੋਕ ਤਾਂ ਬਹੁਤ ਜ਼ਰੂਰੀ ਹੈ ਨਾ ਜੀ। ਹੁਣ ਹਰ ਬੰਦਾ ਆਪਣੇ ਗੱਫੇ ਲਾਈ ਜਾਂਦਾ ਹੈ, ਕੋਈ ਪੁੱਛਣ ਵਾਲਾ ਨਹੀਂ ਹੈ, ਤੇ ਫਿਰ ਤੇ ਆਹੀ ਕੁਛ ਹੋਣਾ ਜੋ ਅਸੀਂ ਦੇਖ ਰਹੇ ਹਾਂ। ਇਹ ਤੋਂ ਹਾਲਤ ਹੋਰ ਖਰਾਬ ਹੋਣੀ ਦਿਨੋਂ ਦਿਨ, ਕੋਈ ਠੀਕ ਹੋਣ ਦੇ ਆਸਾਰ ਤਾਂ ਨਜ਼ਰ ਨਹੀਂ ਆ ਰਹੇ। ਪੰਜਾਬ ਨੂੰ ਤਾਂ ਵੈਸੇ ਦੇਖੋ ਜੀ, ਮਾਰਾਂ ਪੈ ਰਹੀਆਂ ਨੇ ਕਾਫੀ ਸਾਲਾਂ ਤੋਂ। ਹੁਣ ਜਿਹੜੀ ਕਰੋਨਾ ਦੀ ਮਾਰ ਪੈ ਗਈ ਹੈ, ਲੋਕਡਾਊਨ ਹੋ ਗਏ, ਸਭ ਕੁਝ ਹੋ ਕੇ ਹੁਣ ਤਾਂ ਅਸੀਂ ਵੈਸੇ ਹੀ 10-15 ਸਾਲ ਪਿੱਛੇ ਜਾ ਪਏ ਹਾਂ ਅਸੀਂ, ਕਿ ਉੱਠਣ ਦੀ ਸਾਡੀ ਹਿੰਮਤ ਹੀ ਹੈ ਨਹੀਂ ਕਿਸੇ ਦੀ ਵੀ ਕਿ ਅਸੀਂ ਉੱਠ ਕੇ ਆਪਾਂ ਦੁਬਾਰਾ ਕਾਰੋਬਾਰ ਸ਼ੁਰੂ ਕਰ ਸਕੀਏ ਜਾਂ ਉਸ ਸਟੇਜ ਤੇ ਆਪਾਂ ਆ ਸਕੀਏ। ਸੋ ਬਹੁਤ ਮੁਸ਼ਕਲ ਜਿਹਾ, ਹਾਲਤ ਬਹੁਤ ਖਰਾਬ ਹੁੰਦੀ ਆ ਰਹੀ ਹੈ। ਆਪਾਂ ਨੂੰ ਇਹੀ ਫਿਕਰ ਹੈ ਕਿ ਸੰਭਾਲੇ ਕੋਈ ਅੱਛੇ ਬੰਦੇ ਕੋ ਸਾਹਮਣੇ ਆਉਣ। ਮੈਂ ਤਾਂ ਚਾਹੁੰਦਾ ਕਿ ਅੱਛੇ ਬੰਦੇ ਸਾਹਮਣੇ। ਇਹ ਨਹੀਂ ਕਿ ਬੰਦਿਆਂ ਦੀ ਕਮੀ ਹੈ, ਪੰਜਾਬ 'ਚ ਵੀ ਅੱਛੇ ਬੰਦਿਆਂ ਦੀ, ਇਮਾਨਦਾਰ ਬੰਦਿਆਂ ਦੀ ਕੋਈ ਕਮੀ ਨਹੀਂ ਹੈ ਜੀ। ਹਰ ਫੀਲਡ ਵਿੱਚ ਬੰਦੇ ਸਾਡੇ ਬੈਠੇ ਹੋਏ ਆ। ਉਹਨਾਂ ਨੂੰ ਲੈ ਕੇ ਕੋਈ ਇਹੋ ਜਿਹੀ ਪਾਰਟੀ ਖੜੀ ਹੋਵੇ ਤੇ ਜਾਂ ਰਲ ਮਿਲ ਕੇ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਵੀ ਠੀਕ ਨੇ, ਉਹਨਾਂ 'ਚ ਬੰਦੇ ਲੈ ਜਾ ਸਕਦੇ ਨੇ। ਲੇਕਿਨ ਕੋਈ ਨਾ ਕੋਈ ਬੰਦਾ ਉੱਠ ਕੇ ਇਸ ਕੰਮ ਨੂੰ ਕਰੇ ਜਿਹੜਾ ਕਿ ਜਿਹਦੀ ਲਾਈਨ ਪੋਲੀਟੀਕਲ ਲਾਈਨ ਹੋਵੇ। ਹੁਣ ਜੇ ਤੁਸੀਂ ਮੈਨੂੰ ਥੋਪੋਗੇ ਤੇ ਮੈਂ ਤਾਂ ਬਿਲਕੁਲ ਟੋਟਲੀ ਫੇਲ ਹੋ ਜਾਵਾਂਗਾ ਜਾਂਦਿਆਂ ਸਾਰੇ, ਕਿਉਂਕਿ ਮੇਰੀ ਲਾਈਨ ਹੀ ਹੈ ਨਹੀਂ। ਉਹ ਦੂਜਾ ਮੇਰੇ ਦਿਮਾਗ 'ਚ ਗੱਲ ਬੈਠੀ ਹੋਈ ਹੈ। ਨਹੀਂ ਸਰ ਆਪਾਂ ਵਿਰੋਧੀ ਗੱਲ ਨਾ ਕਰੋ। ਦੇਖੋ ਓਬਰਾਏ ਸਾਹਿਬ, ਤੁਸੀਂ ਠੀਕ ਆ, ਵੱਡੇ ਬੰਦੇ ਹੋ, ਤੁਹਾਡੀ ਪਹੁੰਚ ਬੜੀ ਹੈ, ਪਰ ਬੰਦਾ ਹੀ ਹੁੰਦਾ। ਦੇਖੋ ਇਹ ਮੇਰੇ ਸਵਾਲ ਨੂੰ ਕਿਰਾਏ ਨਾ ਪਾਓ, ਆਪਾਂ ਵਿਰੋਧੀ ਗੱਲ ਨਾ ਕਰੋ। ਪਹਿਲਾਂ ਤੁਸੀਂ ਗੱਲ ਕਰ ਦਿਓ, ਲੋਕ ਕਹਿੰਦੇ ਤੁਸੀਂ ਸਫਲ ਬਿਜ਼ਨਸਮੈਨ ਹੋ ਤੇ ਵੈਲਫੇਅਰ ਦੇ ਕੰਮ ਤੁਸੀਂ ਸਭ ਤੋਂ ਵੱਧ ਕਰ ਰਹੇ ਹੋ। ਸਟੇਟ ਕੀ ਹੈ? ਰੈਵਨਿਊ ਬਿਹਤਰ ਤਰੀਕੇ ਨਾਲ ਜਨਰੇਟ ਕਰਨਾ ਤੇ ਬਿਹਤਰ ਪ੍ਰਸ਼ਾਸਨਿਕ ਢਾਂਚਾ ਦੇਣਾ। ਤੁਸੀਂ ਆਪਣੀ ਟੀਮ ਬਣਾ ਕੇ ਵੱਖ-ਵੱਖ ਆਫਿਸ ਚਲਾ ਰਹੇ ਹੋ, ਭਾਵੇਂ ਦੁਬਈ ਬੈਠੇ ਹੋ, ਇੱਥੇ ਪਟਿਆਲੇ, ਚੰਡੀਗੜ੍ਹ ਘਰ ਬੈਠੇ ਹੋ, ਕਿਤੇ ਵੀ। ਗੱਲ ਤਾਂ ਇਹੀ ਹੈ ਨਾ ਕਿ ਇੱਕ ਬਿਹਤਰ ਪ੍ਰਸ਼ਾਸਕ ਵਜੋਂ ਤੁਸੀਂ ਸਾਬਤ ਕਰ ਲਿਆ ਕਿ 10 ਤਰੀਕ ਤੋਂ ਪਹਿਲਾਂ ਹਰ ਲੋੜਵੰਦ ਦੇ ਘਰ ਪੈਨਸ਼ਨ ਵੀ ਪਹੁੰਚ ਜੇ ਤੇ ਜਿੱਥੇ ਜੋ ਚਾਹੀਦਾ ਮਿਲ ਜੇ, ਰਾਸ਼ਨ ਵੀ ਮਿਲ ਜੇ। ਤੁਸੀਂ ਆਪਣੇ ਬਿਜ਼ਨਸ ਨੂੰ ਵੀ ਹੁਣ ਤੱਕ ਪ੍ਰੋਫਿਟ 'ਚ ਹੀ ਰੱਖਿਆ ਤੇ ਤੁਸੀਂ ਵੈਲਫੇਅਰ ਦੀਆਂ ਸਕੀਮਸ ਦੇ ਉੱਤੇ ਵੀ ਪੂਰੇ ਖੜੇ ਹੋ। ਹੁਣ ਜੇ ਮੈਨੂੰ ਦੱਸੋ ਕਿ ਸਟੇਟ ਜਿਹੜੀ ਆ ਉਹ ਇਵੇਂ ਨਹੀਂ ਚੱਲਦੀ ਤੇ ਤੁਸੀਂ ਕਹਿੰਦੇ ਹੋ ਮੈਨੂੰ ਵਿੱਚ ਫਸਾਉਂਦੇ ਹੋ, ਤੇ ਕਿਹਨੂੰ ਫਸਾਈਏ? ਨੰਬਰ 1। ਦੂਜੀ ਗੱਲ, ਤੁਹਾਡੇ ਵੱਖ-ਵੱਖ ਪੋਲੀਟੀਕਲ ਪਾਰਟੀਆਂ 'ਚ ਬੜੇ ਨੇੜੇ ਦੇ ਮਿੱਤਰ ਆ, ਤੁਹਾਡੇ ਨਾਲ ਢੁੱਕ ਕੇ ਬਹਿੰਦੇ ਆ। ਉਹਦੇ 'ਚ ਸਾਡੇ ਸਿਹਤ ਮੰਤਰੀਆਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਤੇ ਦੂਜੀ ਪਾਰਟੀਆਂ ਦੇ ਸਾਰੇ ਆਗੂ ਵੀ ਤੁਹਾਨੂੰ ਆਵਾਜ਼ ਮਾਰਦੇ ਆ। ਸੰਸਥਾਵਾਂ, ਬੀਬੀ ਜਗੀਰ ਕੌਰ ਵਰਗੇ ਵੀ ਤੁਹਾਨੂੰ ਇਹ ਗੱਲ ਕਹਿ ਦਿੰਦੇ ਕਿ ਆਹ ਤੁਸੀਂ ਓਬਰਾਏ ਸਾਹਿਬ ਸਾਡਾ ਇਹ ਕਰ ਦਿਓ, ਤੁਸੀਂ ਸੇਵਾ ਤਾਂ ਕਰ ਹੀ ਰਹੇ ਹੋ। ਪੋਲੀਟੀਸ਼ੀਅਨ
ਗੱਲਬਾਤ ਦੇ ਵਿੱਚ ਆਫ ਦਾ ਰਿਕਾਰਡ ਦਾ ਕਦੇ ਕਹਿੰਦੇ ਆ ਕਿ ਅਸੀਂ ਫੇਲ ਹੋਏ? ਪੋਲੀਟੀਸ਼ੀਅਨ ਕਦੇ ਤੁਹਾਡੇ ਨਾਲ ਗੱਲ ਕਰਦੇ ਆ ਵੀ ਇਹ ਸਿਸਟਮ ਦਾ ਕਦੇ ਸੁਧਰ ਨਹੀਂ ਸਕਦਾ? ਕਦੇ ਪੋਲੀਟੀਸ਼ੀਅਨਸ ਨੇ ਇੱਛਾ ਸ਼ਕਤੀ ਵਿਖਾਈ ਹੈ ਕਿ ਕੁਝ ਹੋ ਸਕਦਾ ਹੈ? ਕਿਸੇ ਨੇ ਕਿਹਾ ਕਿ ਪੰਜਾਬ ਥਾਂ ਸਿਰ ਖੜੇ ਹੋ ਜਾਓ? ਗੱਲ ਉੱਥੇ ਆ ਕੇ ਟਿਕਦੀ ਹੈ ਫਿਰ। ਤੁਸੀਂ ਰੰਧਾਵਾ ਸਾਹਿਬ ਦੇਖੋ, ਮੈਨੂੰ ਸਾਰਿਆਂ ਨੇ ਕਿਹਾ ਜੀ, ਮੈਂ ਕੋਈ ਬਿਲਕੁਲ ਦੋ ਰਾਏ ਨਹੀਂ ਹੈ, ਮੈਂ ਨਾ ਨਹੀਂ ਕਰਦਾ। ਮੈਨੂੰ ਹਰ ਪਾਰਟੀ ਨੇ ਮੈਨੂੰ ਕਿਹਾ, ਜ਼ੋਰ ਵੀ ਲਾਇਆ ਮੈਨੂੰ, ਲੇਕਿਨ ਮੇਰੀ ਇੱਕੋ ਗੱਲ ਹੁੰਦੀ ਹੈ ਕਿ ਮੈਂ ਇਸ ਲਾਇਕ ਹੈ ਨਹੀਂਗਾ ਜੀ, ਤੁਸੀਂ ਹੋਰ ਗੱਲ ਕਰੋ ਬਸ ਜੀ। ਤਾਂ ਇੰਨਾ ਕਹਿ ਕੇ ਮੈਂ ਪਿੱਛਾ ਛੁਡਾ ਲੈਂਦਾ ਆਪਣਾ, ਕਿਉਂਕਿ ਮੇਰਾ ਇੰਟਰਸਟ ਹੀ ਕੋਈ ਨਹੀਂ ਹੈਗਾ। ਮੈਂ ਤੁਹਾਨੂੰ ਬਾਰ-ਬਾਰ ਦੱਸੀ ਜਾ ਰਿਹਾ ਇੱਕੋ ਗੱਲ ਵੀ ਕੋਈ ਫਾਇਦਾ ਨਹੀਂ। ਤੁਸੀਂ ਜਦੋਂ ਮਰਜ਼ੀ ਘੁਮਾ ਫਿਰਾ ਕੇ ਮੈਨੂੰ ਸੀ ਨਾ, ਮੈਂ ਤਾਂ ਹੀ ਇੰਟਰਵਿਊ 'ਚ ਆਉਂਦਾ ਨਹੀਂ ਤੁਹਾਡੇ ਨਾਲ, ਤੁਸੀਂ ਘੁਮਾ ਫਿਰਾ ਕੇ ਮੈਨੂੰ ਫਿਰ ਨਾ ਉਸੇ ਲਾਈਨ ਤੇ ਲੈ ਆਉਂਦੇ ਹੋ। ਨਹੀਂ ਮੈਂ ਫਿਰ ਤੁਸੀਂ ਬਰਾਏ ਸਾਹਿਬ, ਫਿਰ ਤੁਸੀਂ ਮੈਨੂੰ ਗਲਤ ਸਮਝ ਗਏ। ਮੈਂ ਨਿੱਜੀ ਤੌਰ ਤੇ ਇਹ ਸਮਝਦਾ ਹਾਂ ਕਿ ਪਿਛਲੇ 3 ਦਹਾਕਿਆਂ ਤੋਂ 2.5 ਦਹਾਕਿਆਂ ਤੋਂ ਪੰਜਾਬ ਦੇ ਵਿੱਚ ਲੀਡਰਸ਼ਿਪ ਦਾ ਕ੍ਰਾਈਸਿਸ ਹੈ, ਨੰਬਰ 1। ਜੀ ਜੀ ਬਿਲਕੁਲ। ਨੰਬਰ 2, ਜਿਹੜੀ ਲੀਡਰਸ਼ਿਪ ਹੈਗੀ ਆ ਉਹਦੇ ਚ ਵਿਲ ਪਾਵਰ ਦੀ ਕਮੀ ਆ। ਤੀਜੇ ਬੰਨੇ ਲੋਕ ਇੱਛਾ ਸ਼ਕਤੀ ਨਾਲ ਸਿੱਧੇ ਹੋ ਕੇ ਤੁਰਦੇ ਨਹੀਂ, ਲੋਕ ਕਹਿੰਦੇ ਸਾਥ ਨਹੀਂ ਮਿਲਣਾ। ਚੌਥੀ ਗੱਲ ਜਿਹੜੀ ਸਭ ਤੋਂ ਅਹਿਮ ਆ ਸਰਦਾਰ ਸਾਹਿਬ, ਕਿ ਇਮਾਨਦਾਰੀ ਕੋਈ ਨਹੀਂ ਦਿਖਾਉਂਦਾ। ਮੈਂ ਕਹਿੰਦਾ ਆਮ ਆਦਮੀ ਪਾਰਟੀ ਵਾਲੇ ਆਏ ਇੰਨੇ ਚੰਗੇ ਸੀ ਸ਼ੁਰੂਆਤ ਦੇ ਵਿੱਚ, ਬਾਅਦ ਦੇ ਵਿੱਚ ਉਹਨਾਂ ਹਰ ਜਗ੍ਹਾ ਤੋਂ ਫੰਡਸ ਲੈ ਲਏ। ਮੈਂ ਇਹ ਫਿਰ ਦਾਅਵਾ ਕਰ ਰਿਹਾ ਕਿ ਇਲੈਕਸ਼ਨ ਜਿੱਤਣਾ ਹੀ ਤਾਂ ਵੱਖਰੀ ਗੱਲ ਹੈ, ਇਲੈਕਸ਼ਨ ਸ਼ੁਰੂ ਹੁੰਦਿਆਂ ਹੀ ਲੋਕ ਕਰਪਟ ਹੋ ਜਾਂਦੇ ਆ। ਜਦੋਂ ਉਹ ਵੱਖ-ਵੱਖ ਤਰੀਕਿਆਂ ਵਾਲੇ ਲੋਕਾਂ ਤੋਂ ਪੈਸੇ ਲੈ ਲੈਂਦੇ ਆ, ਉਹਨਾਂ ਲੋਕਾਂ ਤੋਂ ਪੈਸੇ ਲੈ ਲੈਂਦੇ ਜਿਨ੍ਹਾਂ ਨੇ ਕੱਲ ਨੂੰ ਸਰਕਾਰੀ ਬਿਜ਼ਨਸ ਨੂੰ ਢਾਹ ਲਾਉਣੀ ਆ, ਉਹ ਕਰਪਟ ਤਾਂ ਇਲੈਕਸ਼ਨ ਚ ਬਣਨ ਤੋਂ ਪਹਿਲਾਂ ਹੋ ਜਾਂਦੇ। ਘੱਟੋ ਘੱਟ ਤੁਹਾਡੇ ਤੋਂ ਉਮੀਦ ਨਹੀਂ ਕੀਤੀ ਜਾਂਦੀ, ਤੁਹਾਡੇ ਵਰਗੇ ਲੋਕ, ਮੈਂ ਤੁਹਾਡਾ ਸਿੱਧਾ ਨਾ ਜ਼ਿਕਰ ਕਰਾਂ ਕਿਉਂਕਿ ਤੁਸੀਂ ਉਹਨੂੰ ਡਿਨਾਈ ਕਰੋਗੇ, ਇਸ ਤਰ੍ਹਾਂ ਦੇ ਲੋਕ ਜਿਹੜੇ ਰੱਜੇ ਪੁੱਜੇ ਨੇ, ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਆਪਣੇ ਜੀਵਨ ਚ ਮਕਸਦ ਬਣਾ ਲਿਆ ਕਿ ਅਸੀਂ ਪੱਲਿਓਂ ਕੁਝ ਦੇਣਾ, ਜੇਬ ਚੋਂ ਦੇਣਾ, ਲੈਣਾ ਕੁਝ ਨਹੀਂ। ਮੈਂ ਤਾਂ ਪੁੱਛਿਆ ਤੁਹਾਨੂੰ ਕਿ ਇਸ ਲੀਡਰਸ਼ਿਪ ਕ੍ਰਾਈਸਿਸ ਚੋਂ ਕਿਵੇਂ ਨਿਕਲੀਏ? ਠੀਕ ਹੈ ਰੰਧਾਵਾ ਸਾਹਿਬ। ਦੂਜੀ ਗੱਲ ਇਹ ਵੀ ਹੈ, ਦੇਖੋ ਜੇ ਤਾਂ ਸਾਡੇ ਇੱਕੋ ਨੇਚਰ ਦੇ, ਹੁਣ ਮੈਂ ਜੇ ਸੋਚਾਂ ਕਿ ਮੇਰੇ ਵਰਗੇ ਸਾਰੇ, ਮੈਨੂੰ ਸਾਰੀਆਂ ਸੀਟਾਂ ਮਿਲ ਜਾਣ, ਸਾਰੇ ਬੰਦੇ ਮੇਰੇ ਵਰਗੇ ਮਿਲ ਜਾਣ, ਫਿਰ ਤੇ ਕੰਮ ਚੱਲ ਸਕਦਾ। ਲੇਕਿਨ ਇਹ ਸਭ ਤੋਂ ਵੱਡਾ, ਸਭ ਤੋਂ ਔਖਾ ਕੁਐਸਚਨ ਇਹ ਹੈ ਕਿ ਅਸੀਂ ਸਾਰੇ 117 ਬੰਦੇ ਅਸੀਂ ਕਿੱਥੋਂ ਪੈਦਾ ਕਰਨੇ ਆ, ਕਿੱਥੋਂ ਲੈ ਕੇ, ਜਿਨ੍ਹਾਂ ਦੀ ਇੱਕੋ ਸੋਚ ਹੋਵੇ। ਵਿੱਚ 5-7 ਬੰਦੇ ਵੀ ਗਲਤ ਆ ਵੜੇ ਤੇ ਬਸ ਫਿਰ ਪੱਠਾ ਬੈਠ ਜਾਣਾ ਸਾਰਾ, ਫਿਰ ਬਦਨਾਮੀ ਜਿਹੜੀ ਉਹ ਸਾਡੀ ਫਿਰ ਆਪਣੀ ਹੋਣੀ ਹੈ। ਸੋ ਬੜਾ ਔਖਾ ਲੱਗ ਰਿਹਾ ਕੰਮ, ਇਹ ਨਾ ਈਜ਼ੀ ਨਹੀਂ ਹੈਗਾ ਕਿ ਅਸੀਂ ਇਹਨੂੰ ਸੁਧਾਰ ਸਕੀਏ। ਬਾਕੀ ਠੀਕ ਹੈ, ਸਾਰੀਆਂ ਪਾਰਟੀਆਂ ਲੱਗੀਆਂ ਹੋਈਆਂ ਨੇ, ਸ਼ਾਇਦ ਕੁਝ ਅੱਛਾ ਹੋ ਹੀ ਜਾਵੇ ਅੱਗੇ। ਕਿਸ ਕਰਨ ਚ ਲੱਗੀ, ਕੀ ਕਰਨ ਚ ਲੱਗੀਆਂ ਹੋਈਆਂ ਸਰ, ਦੱਸਿਓ ਮੈਨੂੰ ਵੀ, ਮੈਂ ਉਧਰ ਚਲਾ ਚਾਹ। ਹਰ ਬੰਦਾ ਤੋੜਬੰਦ ਕਰ ਹੀ ਰਿਹਾ, ਕੋਸ਼ਿਸ਼ ਕਰ ਰਿਹਾ। ਦੇਖੋ ਪੰਜਾਬ ਦੇ ਹਿੱਤ ਸਾਰੇ ਹੈਗੇ, ਹਰ ਬੰਦਾ ਸੋਚ ਰਿਹਾ ਅੱਜ ਕਿ ਪੰਜਾਬ ਬਿਲਕੁਲ ਡੁੱਬਦਾ ਜਾ ਰਿਹਾ, ਪੰਜਾਬ ਨੂੰ ਸੰਭਾਲਣਾ ਆਪਾਂ। ਲੋਕਾਂ ਨੂੰ ਬਹੁਤ ਦਰਦ ਹੈਗਾ, ਲੋਕਾਂ ਨੂੰ, ਹਰ ਬੰਦਾ ਆਪਣੇ ਆਪਣੀ ਟਰਾਈ ਕਰ ਰਿਹਾ। ਮੇਰੇ ਕੋਲ ਵੀ ਬਹੁਤ ਬੰਦੇ ਆਉਂਦੇ ਨੇ, ਬਹੁਤ ਮੈਨੂੰ ਕਹਿੰਦੇ ਨੇ ਤੁਸੀਂ ਆਓ, ਤੇ ਮੇਰੇ ਹੱਥ ਜੋੜ ਕੇ ਮੈਂ ਮਾਫੀ ਮੰਗ ਲੈਂਦਾ ਕਿ ਮੇਰੇ ਵੱਸ ਦਾ ਰੋਗ ਨਹੀਂ ਹੈ, ਸੌਰੀ ਜੀ, ਆਪਾਂ ਹੋਰ ਗੱਲ ਕਰੀਏ ਕੋਈ। ਪਰ ਦੁਖੀ ਤਾਂ ਮੈਂ ਵੀ ਬਹੁਤ ਹਾਂ ਅੰਦਰੋਂ, ਦੁਖੀ ਤਾਂ ਦੇਖੋ ਵੀ ਮੈਂ ਸੁਖੀ ਬੈਠਾ, ਸੁਖੀ ਤਾਂ ਮੈਂ ਵੀ ਹੈ ਨਹੀਂ, ਦੁਖੀ ਤਾਂ ਮੈਂ ਵੀ ਬਹੁਤ ਹਾਂ ਵੀ ਜੋ ਹੋ ਰਿਹਾ ਉਹ ਠੀਕ ਨਹੀਂ ਹੋ ਰਿਹਾ, ਔਰ ਜੋ ਅੱਗੇ ਹੋਣਾ ਉਹ ਬਿਲਕੁਲ ਠੀਕ ਨਹੀਂ ਹੋਣਾ ਹੈਗਾ। ਜਿੱਥੇ ਅਸੀਂ ਖੜੇ ਹਾਂ ਅਸੀਂ ਉੱਥੇ ਵੀ ਨਹੀਂ ਖੜਨਾ, ਹਰ ਪਾਸੋਂ ਮਾਰ ਖਾ ਰਹੇ ਹਾਂ ਅਸੀਂ ਜੀ। ਕਿਸਾਨੀ ਮੁੱਦੇ ਵੱਲੋਂ ਦੇਖ ਲਓ, ਦੂਜਿਆਂ ਵੱਲੋਂ ਦੇਖ ਲਓ, ਹਰ ਪਾਸੋਂ ਅਸੀਂ ਮਾਰ ਹੀ ਖਾ ਰਹੇ ਹਾਂ ਜੀ। ਦੇਖੋ ਕੀ ਕਰੀਏ, ਇਹ ਤਾਂ ਹੁਣ ਰੱਬ ਹੀ ਕਰੇ ਜੋ ਕਰੇ ਜੀ, ਹੁਣ ਇਨਸਾਨ ਤਾਂ ਕਰ ਨਹੀਂ ਸਕਦਾ ਜੀ। ਨਹੀਂ, ਆਪਾਂ ਖੜੋਤ ਵਿੱਚ ਹੈ, ਖੜਾ ਦੇ ਵਿੱਚ ਨਹੀਂ ਗੇ, ਸਾਹ ਲੈਂਦੇ ਆ, ਆਪਾਂ ਜੀਂਦੇ ਪਏ ਆ, ਤੁਸੀਂ ਵੀ ਜੀਂਦੇ ਹੋ, ਮੈਂ ਵੀ ਆ, ਮਹਿਸੂਸ ਕਰਦੇ ਆ, ਸਾਡੀਆਂ ਫੀਲਿੰਗਸ ਨੇ। ਆਖਰ ਸਭ ਕੁਝ ਡੁੱਬਦਾ ਰਹੂਗਾ, ਮਰਦਾ ਰਹੂਗਾ, ਤੇ ਆਪਾਂ ਚੁੱਪ ਕਰਕੇ ਕੰਢੇ ਤੇ ਬੈਠੇ ਬਹਿੰਦੇ ਰਵਾਂਗੇ। ਦੇਖੋ ਹੁਣ ਪਿਛਲੇ ਕਈ ਸਾਲਾਂ ਤੋਂ ਡੁੱਬ ਹੀ ਰਿਹਾ ਜੀ, ਦਿਨੋਂ ਦਿਨ। ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਅਗਲਾ ਅੱਛਾ ਹੋਏਗਾ, ਲੇਕਿਨ ਅੱਛਾ ਤਾਂ ਕੁਝ ਹੁੰਦਾ ਨਹੀਂ ਅੱਗੋਂ। ਫਿਰ ਅੱਗੋਂ ਉਹੀ ਅਸੀਂ ਡੁੱਬਦੇ ਜਾ ਰਹੇ ਹਾਂ ਦਿਨੋਂ ਦਿਨ। ਮੈਨੂੰ ਦੱਸ ਦਿਓ ਹੁਣ ਤੱਕ ਕੀ ਚੰਗਾ ਹੋਇਆ, ਕੀ ਬਿਜ਼ਨਸ ਚੰਗਾ ਹੋਇਆ, ਜਾਂ ਕੀ ਕੁਝ ਹੋਇਆ? ਕੁਛ ਵੀ ਨਹੀਂ ਹੋਇਆ ਮੇਰੇ ਹਿਸਾਬ ਨਾਲ। ਤਾਂ ਹਰ ਪਾਸੋਂ ਅਸੀਂ ਮਾਰ ਖਾ ਰਹੇ ਹਾਂ। ਜਿਹੜਾ ਦੇਖੋ, ਜਿਹੜੀਆਂ ਸਰਕਾਰਾਂ ਜਿਹੜੀਆਂ ਸਾਡੀਆਂ, ਅਗਰ ਉਹ ਐਜੂਕੇਸ਼ਨ ਨਹੀਂ ਸੰਭਾਲ ਸਕੀਆਂ, ਅਗਰ ਉਹ ਹੈਲਥ ਦੀਆਂ ਫੈਸਿਲਿਟੀ ਨਹੀਂ ਸੰਭਾਲ ਸਕੀਆਂ, ਤੇ ਇਸ ਤੋਂ ਉੱਤੇ ਤਾਂ ਹੋਰ ਹੈ ਹੀ ਕੁਛ ਨਹੀਂਗਾ। ਦੋ ਹੀ ਚੀਜ਼ਾਂ ਸਾਡੀਆਂ ਮੇਨ ਹੈਗੀਆਂ, ਦੋਨਾਂ 'ਚ ਅਸੀਂ ਮਾਰ ਖਾ ਰਹੇ ਹਾਂ। ਤੇ ਪਾਲਿਸੀਜ਼ ਬਣਾ ਲਈਆਂ ਹੁੰਦੀਆਂ ਨਾ ਜੀ। ਜੇ ਅਗਰ ਮੈਂ ਤਾਂ ਇੱਕ ਗੱਲ ਕਹਿੰਦਾ, ਦੇਖੋ ਪਿਛਲੀ ਵਾਰ ਵੀ ਕੀ ਹੋਇਆ ਰੰਧਾਵਾ ਸਾਹਿਬ, 10 ਮਾਰਚ ਨੂੰ ਜਾਂ 12 ਮਾਰਚ ਨੂੰ, ਦੇਖੋ ਕਰੋਨਾ ਤੋਂ ਬਾਅਦ ਹੋਇਆ, ਲੋਕਡਾਊਨ ਬਾਅਦ ਸਟਾਰਟ ਹੋਇਆ, 23-24 ਤਰੀਕ ਨੂੰ ਸ਼ੁਰੂ ਹੋਇਆ, 22-23 ਤਰੀਕ ਨੂੰ। ਲੇਕਿਨ ਮੈਂ ਸਾਰੇ ਆਰਡਰ 10 ਤਰੀਕ ਨੂੰ ਪਲੇਸ ਕਰ ਦਿੱਤੇ ਸੀਗੇ। ਫਸਟ ਵੀਕ ਅਪ੍ਰੈਲ ਦੇ ਵਿੱਚ ਮੇਰਾ ਕੋਲ ਸਾਰਾ ਕੁਝ ਮੇਰੇ ਕੋਲ ਆ ਗਿਆ ਸੀ, ਚਾਹੇ ਮੇਰੇ ਕੋਲ ਹਜ਼ਾਰਾਂ ਲੱਖਾਂ ਦੀ ਗਿਣਤੀ, ਚਾਹੇ ਪੀਪੀ ਕਿੱਟਾਂ, ਚਾਹੇ N95 ਜਾਂ ਕੁਝ ਵੀ ਹੈ, ਮੇਰੇ ਕੋਲ ਅਪ੍ਰੈਲ ਫਸਟ ਵੀਕ ਵਿੱਚ ਸਾਰਾ ਕੁਝ ਆ ਚੁੱਕਿਆ ਸੀ, ਔਰ ਮੈਂ ਅਪ੍ਰੈਲ ਸਾਰਾ ਸਪਲਾਈ ਕਰ ਦਿੱਤਾ ਸੀਗਾ, ਅਪ੍ਰੈਲ ਮਈ ਦੇ ਵਿੱਚ। ਇਹ ਪਾਲਿਸੀਜ਼ ਤਾਂ ਬਣਾਉਣੀਆਂ ਜ਼ਰੂਰੀ ਹੈ ਨਾ, ਪਤਾ ਹੋਣਾ ਚਾਹੀਦਾ ਕਿ ਅੱਗੇ ਹੁਣ ਕੀ ਹੋ ਰਿਹਾ। ਅੱਜ ਹਾਲਾਤ ਦੇਖੋ ਕੀ ਜਾ ਰਹੇ ਆ, ਇਹ ਸੋਚੇ ਨਹੀਂ ਸੀ ਕਦੀ ਕਿਸੇ ਨੇ ਵੀ, ਲੇਕਿਨ ਸਾਨੂੰ ਤਿਆਰੀ ਤਾਂ ਕਰਨੀ ਚਾਹੀਦੀ ਸੀ ਨਾ। ਉਹ ਬਰਾਏ ਸਾਹਿਬ, ਆਪਾਂ ਪਲ ਦੀ ਪਲ
ਉਹ ਇਸ਼ੂ ਛੱਡ ਦਈਏ ਕਿ ਮੈਂ ਚਾਹੁੰਦਾ ਹੈ ਕਿ ਅਸੀਂ ਤੁਹਾਨੂੰ ਚਿਹਰਾ ਬਣਾ ਲਈਏ ਪੰਜਾਬ ਵਾਲੇ, ਕਿਉਂਕਿ ਮੈਂ ਤਾਂ ਕਿਸੇ ਗਿਣਤੀ 'ਚ ਨਹੀਂ ਆਉਂਦਾ। ਮੈਂ ਇਹ ਵੀ ਸੋਚਣਾ ਛੱਡ ਦਿੰਦਾ ਪਰ ਲਈ ਕਿ ਓਬਰਾਏ ਸਾਹਿਬ ਦਾ ਸਿਆਸਤ ਵਿੱਚ ਕੋਈ ਦਿਲਚਸਪੀ ਰੁਝਾਨ ਨਹੀਂ। ਮੈਂ ਇਹ ਵੀ ਛੱਡ ਦਿੰਦਾ ਕਿ ਤੁਸੀਂ ਸਹੁੰ ਖਾ ਲਓ ਵੀ ਤੁਸੀਂ ਨਹੀਂ ਆਉਂਦੇ। ਪਰ ਜੇ ਮੁੱਢੋਂ ਸੁੱਢੋਂ ਸ਼ੁਰੂ ਕਰਨਾ ਹੋਵੇ ਕਿਸੇ ਬੰਦੇ ਨੇ ਤੁਹਾਡੇ ਤੋਂ ਬਿਨਾਂ ਪੰਜਾਬ ਦੀ ਰਾਜਨੀਤੀ 'ਚ ਇਸ ਢਾਂਚੇ ਨੂੰ ਬਦਲਣ ਲਈ ਮੁੱਢੋਂ ਸੁੱਢੋਂ ਸ਼ੁਰੂ ਕਰਨਾ ਹੋਵੇ ਤੇ ਕਿੱਦਾਂ ਕੀਤਾ ਜਾ ਸਕਦਾ? ਕਿਉਂਕਿ ਤੁਸੀਂ ਕਾਮਯਾਬ ਇਨਸਾਨ ਹੋ, ਸੁਪਨੇ ਤਾਂ ਤੁਸੀਂ ਵੀ ਲੈਂਦੇ ਹੋ ਕਿ ਜੇ ਕਿਸੇ ਨੇ ਕਰਨਾ ਹੋਵੇ ਇੱਥੋਂ ਸ਼ੁਰੂ ਕਰੇ। ਇਸ ਸਟੇਟ ਨੂੰ ਬਚਾਉਣ ਲਈ ਕਿੰਨਾ ਤਰਜੀਹਾਂ ਤੇ ਅੱਗੇ ਤੁਰਿਆ ਜਾਵੇ, ਕਦੇ ਸੋਚਨੇ ਹੋ? ਉਹ ਦੱਸਿਓ ਜ਼ਰਾ। ਨਹੀਂ, ਮੈਂ ਜ਼ਿਆਦਾ ਨਹੀਂ ਦੱਸ ਸਕਦਾ, ਲੇਕਿਨ ਇੱਕ ਜ਼ਰੂਰ ਹੈ ਕਿ ਇਮਾਨਦਾਰ ਬੰਦੇ, ਇੱਕੋ ਨੇਚਰ ਦੇ ਬੰਦੇ ਸਾਰੇ ਇਕੱਠੇ ਹੋ ਜਾਣ ਤੇ ਕੁਝ ਵੀ ਕਰ ਸਕਦੇ ਆ। ਕੋਈ ਇੰਨਾ ਵੱਡਾ ਔਖਾ ਕੰਮ ਨਹੀਂ ਹੈਗਾ, ਆਰਾਮ ਨਾਲ ਹੋ ਸਕਦਾ ਸਾਰਾ। ਲੇਕਿਨ ਇਹ ਕਿ ਸਭ ਤੋਂ ਮੁਸ਼ਕਿਲ ਕੰਮ ਹੀ ਇਹ ਹੈ ਕਿ ਸਾਨੂੰ ਨਾ ਤਾਂ ਇੰਨੇ ਇਮਾਨਦਾਰ ਬੰਦੇ ਮਿਲਣੇ ਆ ਤੇ ਨਾ ਸਾਨੂੰ ਉਹ ਮਿਲਣੇ ਕਿ ਜਿਹੜੇ ਵਾਕਈ ਹੀ ਦਿਲੋਂ ਜਿਹੜਾ ਉਹ ਪੰਜਾਬ ਨੂੰ ਪਿਆਰ ਕਰਦੇ ਆ। ਸੋ ਇਹ ਸਭ ਤੋਂ ਵੱਡਾ ਕੁਐਸਚਨ ਜਿਹੜਾ ਇਹੀ ਹੈ ਮੇਰੇ ਹਿਸਾਬ ਨਾਲ, ਕਿ ਇਹ ਬਹੁਤ ਮੁਸ਼ਕਿਲ ਲੱਗ ਰਿਹਾ। ਚਲੋ ਨਕਾਰਾਤਮਕਤਾ ਛੱਡ ਦਿੰਦੇ ਆ, ਨਿਰਾਸ਼ਾ ਵੀ ਛੱਡ ਦਿੰਦੇ ਆ, ਫਿਰ ਚਲੋ ਮੰਨ ਲਓ ਮਿਲ ਗਏ, ਫਿਰ ਏਜੰਡਾ ਕੀ ਸੈੱਟ ਹੋਵੇ? ਰੰਧਾਵਾ ਸਾਹਿਬ ਸਭ ਕੁਝ ਹੋ ਜਾਏਗਾ, ਤੁਸੀਂ ਆਹਿਸਤਾ ਆਹਿਸਤਾ ਨਾ ਜੀ, ਆਪਾਂ ਫਿਰ ਉਧਰ ਚੱਲ ਪਏ ਆਪਾਂ। ਨਹੀਂ, ਮੈਂ ਬੜਾ ਕਲੀਅਰ, ਮੈਂ ਨੱਕ ਦੀ ਸੇਧ ਨੂੰ ਚੱਲਦਾ ਹਾਂ ਕਿ ਮੰਨ ਲਓ ਕੋਈ ਪੋਲੀਟੀਸ਼ੀਅਨ ਸੁਣ ਰਿਹਾ, ਕੋਈ ਪੋਲੀਟੀਸ਼ੀਅਨ ਸੁਣ ਰਿਹਾ, ਕੋਈ ਸਿਆਸਤ ਵਿੱਚ ਆਉਣ ਵਾਲਾ ਨਵਾਂ ਬੰਦਾ ਸੁਣ ਰਿਹਾ, ਪੰਜਾਬ ਲਈ ਏਜੰਡਾ ਕੀ ਸੈੱਟ ਹੋਵੇ? ਪੰਜਾਬ ਜਿੱਥੇ ਖੜਾ ਮਰ ਰਿਹਾ, ਗਰਕ ਰਿਹਾ, ਇੱਥੇ ਏਜੰਡਾ ਕੀ ਸੈੱਟ ਹੋਵੇ? ਜਿਹੜੇ ਸਾਰੇ ਸੁਣਦੇ ਨੇ ਉਹ ਮੇਰੇ ਨਾਲ ਸਾਰੇ ਸਿਆਣੇ ਨੇ, ਉਹ ਸਭ ਸਮਝਦੇ ਆ। ਹੁਣ ਸਮਝਦੇ ਆ, ਮੁਝਦੇ ਆ ਵੀ ਜੇ ਉਹ ਨਾ ਕਰਨ ਤੇ ਉਹ 'ਚ ਮੈਂ ਵੀ ਕੁਝ ਨਹੀਂ ਕਰ ਸਕਦਾ। ਤੁਸੀਂ ਇਹ ਨਾ ਕਹੋ ਵੀ ਜਿੰਨੇ ਪੋਲੀਟੀਸ਼ੀਅਨ ਬੈਠੇ ਅੱਜ ਦੇ ਥੋੜੀ ਆ, ਉਹਨਾਂ ਨੂੰ 20 25 30 ਸਾਲ ਹੋ ਗਏ ਨੇ ਸਾਰਿਆਂ ਨੂੰ, ਕਿ ਉਹ ਸਮਝਦੇ ਨਹੀਂ ਸਾਰੀ ਗੱਲ ਨੂੰ ਪੰਜਾਬ ਦੀ ਹਾਲਤ ਕੀ ਹੈ, ਪੰਜਾਬ ਇਸ ਲਈ ਕਿੱਥੇ ਖੜਾ, ਅਸੀਂ ਕਿਸ ਤਰ੍ਹਾਂ ਨੂੰ ਠੀਕ ਕਰ ਸਕਦੇ ਹਾਂ, ਸਭ ਪਤਾ। ਲੇਕਿਨ ਕੋਈ ਕਰਨਾ ਚਾਹੇ ਤਾਂ ਹੀ ਹੋਊਗਾ ਨਾ ਜੀ। ਜੇ ਅਸੀਂ ਮਨ ਬਣਾਉਣਾ ਹੀ ਨਹੀਂ ਹੈ ਇਹਨੂੰ ਤੇ ਫਿਰ ਕੁਝ ਨਹੀਂ ਹੋ ਸਕਦਾ ਪੰਜਾਬ ਦਾ। ਸੋ ਜੋ ਸੁਣਦੇ ਨੇ ਸਾਰੇ, ਸਭ ਨੂੰ ਪਤਾ ਹੈ ਵੀ ਮੈਂ ਕੀ ਬੋਲ ਰਿਹਾ, ਮੈਂ ਕੀ ਬੋਲਣਾ ਚਾਹੁੰਦਾ, ਔਰ ਕੀ ਸੁਣਦੇ ਨੇ ਉਹ ਕੀ ਉਹ ਸਮਝਣਾ ਚਾਹੁੰਦੇ ਨੇ। ਕਿਸੇ ਦੇ ਵੱਲੋਂ ਕੁਝ ਲੁਕਿਆ ਨਹੀਂ ਹੋਇਆ ਜੀ। ਇਹ ਜ਼ਰੂਰੀ ਨਹੀਂ ਕਿ ਅਸੀਂ ਦੋ ਲਫ਼ਜ਼ ਸਾਹਮਣੇ ਉਹਨਾਂ ਨੂੰ ਖੜਕ ਕਰਕੇ ਕਹੀਏ ਤੇ ਫਿਰ ਉਹ ਸਮਝਣਗੇ। ਸਭ ਨੂੰ ਪਤਾ ਹੈ ਵੀ ਇਹ ਕੀ ਹੋ ਰਿਹਾ। ਓਬਰਾਏ ਸਾਹਿਬ, ਸੱਤਾ ਪਰਿਵਾਰਾਂ ਦੀ ਜੇਬ 'ਚ ਹੈ। ਆਫ ਦਾ ਰਿਕਾਰਡ ਮੰਤਰੀ ਔਰ ਸਾਬਕਾ ਮੰਤਰੀ ਇਹ ਕਹਿੰਦੇ ਨੇ ਸਾਡਾ ਵੱਸ ਨਹੀਂ, ਸਾਡਾ ਜ਼ੋਰ ਨਹੀਂ, ਅਸੀਂ ਤਾਂ ਬਸ ਦਰਸ਼ਨੀ ਘੋੜੇ ਆ। ਮੰਨਦੇ ਨੇ, ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਕਿ ਮੌਜੂਦਾ ਵਜ਼ੀਰ ਤੇ ਸਾਬਕਾ ਵਜ਼ੀਰ ਇਹ ਕਹਿੰਦੇ ਰਹੇ ਆ ਕਿ ਸਾਡੀ ਕੀ ਵੱਟੀ ਦੀ ਹੈ। ਅੱਜ ਵੀ ਉਹਨਾਂ ਨੂੰ ਮੈਂ ਲਾਚਾਰ ਦੇਖ ਕੇ ਕਦੇ ਕਦੇ ਦੁਖੀ ਇਸ ਕਰਕੇ ਵੀ ਹੁੰਦਾ ਹੈ, ਫਿਰ ਇਹ ਵਜ਼ੀਰੀਆਂ ਦਾ ਕਰਨਾ ਕੀ ਹੈ? ਮੈਂ ਤਾਂ ਹੀ ਤੁਹਾਨੂੰ ਪੁੱਛਦਾ ਹਾਂ ਕਿ ਜਿਹੜੀਆਂ ਧਿਰਾਂ, 2-3 ਧਿਰਾਂ ਜਿਹੜੀਆਂ ਉੱਤਰ ਕਾਟੋ ਮੈਂ ਚੜੀ ਵਾਲੀ ਰਾਜਨੀਤੀ ਕਰਦੀਆਂ ਨੇ, ਉਹਨਾਂ ਨੂੰ ਪਾਸੇ ਰੱਖ ਕੇ ਜੇ ਨਵੇਂ ਪੰਜਾਬ ਨੂੰ ਸਿਰਜਣਾ ਹੋਵੇ, ਜਿਹੜਾ ਸਾਰੀਆਂ ਹੀ ਪਾਰਟੀਆਂ ਕਹਿੰਦੀਆਂ ਨਵਾਂ ਪੰਜਾਬ ਸਿਰਜਾਂਗੇ, ਨਵਾਂ ਪੰਜਾਬ ਸਿਰਜਣ ਲਈ ਆਖਰੀ ਸਵਾਲ ਹੈ ਮੇਰਾ, ਮੈਨੂੰ ਵਿਸਥਾਰ 'ਚ ਦੱਸੋ ਜ਼ਰਾ, ਏਜੰਡਾ ਕੀ ਸੈੱਟ ਹੋਵੇ? ਸਾਡਾ ਜਿਹੜੀ ਪੁਲਿਸ ਆ ਉਹਦਾ ਸਿਆਸੀਕਰਨ ਹੋ ਗਿਆ, ਸਾਡੇ ਰੁਜ਼ਗਾਰ ਤੇ ਕਾਰੋਬਾਰ ਇਹ ਆਪਸ ਵਿੱਚ ਇਕੱਠੇ ਨਹੀਂ ਹੋਏ, ਸਾਡੀ ਐਜੂਕੇਸ਼ਨ ਤੇ ਇੰਡਸਟਰੀ ਨੂੰ ਇਕੱਠਾ ਨਹੀਂ ਕੀਤਾ ਗਿਆ, ਸਾਡੇ ਬੱਚੇ ਬਾਹਰ ਜਾ ਕੇ ਵੀ ਸਕਿੱਲ ਵਾਲਾ ਕੰਮ ਨਹੀਂ ਕਰ ਰਹੇ, ਤੁਹਾਨੂੰ ਪਤਾ ਹੈ। ਮੈਨੂੰ ਜਰਾ ਖੁੱਲ ਕੇ ਥੋੜਾ ਦੱਸ ਦਿਓ ਕਿ ਕਿੰਨਾ ਲੀਆਂ ਤੇ ਤੁਰਿਆ ਜਾ ਸਕਦਾ? ਦੇਖੋ, ਅਜੇ ਵੀ ਕੁਝ ਨਹੀਂ ਵਿਗੜਿਆ ਮੇਰੇ ਹਿਸਾਬ ਨਾਲ। ਅਗਰ ਅੱਜ ਵੀ ਸਾਰੇ ਲੀਡਰ ਸਾਡੇ ਇਹ ਠਾਣ ਲੈਣ ਕਿ ਨਹੀਂ ਅਸੀਂ ਸਭ ਕੁਝ ਛੱਡ ਕੇ ਤੇ ਸਿਰਫ ਤੋਂ ਸਿਰਫ ਅਸੀਂ ਪੰਜਾਬ ਬਾਰੇ ਸੋਚਣਾ ਹੈ, ਥੋੜੀ ਜਿਹੀ ਜਿਹੜੀ ਇਹ ਬਸ ਨਾ ਜਿਹੜੀ ਇਮਾਨਦਾਰ, ਇਹ ਨਹੀਂ ਕਿ ਇਮਾਨਦਾਰ ਨਹੀਂ ਹੈ, ਬੰਦੇ ਹੈਗੇ ਨੇ, ਲੇਕਿਨ ਕੁਝ ਬੰਦੇ ਜਿਹੜੇ ਬਿਲਕੁਲ ਗਲਤ ਵੀ ਹੈਗੇ ਨੇ, ਉਹ ਵੀ ਥੋੜਾ ਛੱਡ ਦੇਣ ਤੇ ਮੇਰਾ ਨਹੀਂ ਖਿਆਲ ਕੋਈ ਮੁਸ਼ਕਲ ਕੰਮ ਹੈਗਾ ਪੰਜਾਬ ਨੂੰ ਦੁਬਾਰਾ ਫਿਰ ਉਸ ਲਈ ਤੇ ਲੈ ਕੇ ਆਉਣਾ ਜਿੱਥੇ ਪੰਜਾਬ ਸਾਡਾ ਪਹਿਲਾਂ ਸੀਗਾ। ਕੋਈ ਔਖਾ ਕੰਮ ਨਹੀਂ ਹੈਗਾ, ਆ ਸਕਦਾ ਆਰਾਮ ਨਾਲ ਮੇਰੇ ਹਿਸਾਬ ਨਾਲ। ਮੈਂ ਸਰੋਤਿਆਂ ਨੂੰ, ਦੋਸਤਾਂ ਮਿੱਤਰਾਂ ਸਾਰਿਆਂ ਨੂੰ ਇਹ ਦੱਸ ਦੇਣਾ ਚਾਹੁੰਦਾ ਹੈ ਕਿ ਓਬਰਾਏ ਸਾਹਿਬ ਨੇ ਇੱਕ ਗੱਲ 'ਚ ਗੱਲ ਮੁਕਾਈ ਹੈ ਕਿ 117 ਬੰਦੇ ਕਿੱਥੋਂ ਲਿਆਵਾਂਗੇ। ਨੰਬਰ 1 ਇਹਨੂੰ ਜ਼ਰੂਰ ਨੋਟ ਕਰਿਓ। ਤੇ ਦੂਜੀ ਗੱਲ, ਓਬਰਾਏ ਸਾਹਿਬ ਤਾਂ ਮੰਨ ਹੀ ਜਾਣਗੇ ਜਾਂ ਮਨਾ ਲਾਂਗੇ ਔਖੇ ਸੌਖੇ ਹੋ ਕੇ। ਜਦੋਂ ਪਰਿਵਾਰ ਡੁੱਬਦਾ ਹੋਵੇ ਬੰਦੇ ਭੱਜ ਨਹੀਂ ਸਕਦੇ ਹੁੰਦੇ ਜ਼ਿੰਮੇਵਾਰੀ ਤੋਂ। ਓਬਰਾਏ ਸਾਹਿਬ ਤਾਂ ਵਾਹਵਾ ਸਾਲਾਂ ਦੇ ਲੱਗੇ ਹੋਏ ਆ। ਹੁਣ ਤੁਹਾਡੇ ਤੇ ਆ, ਮਾਹੌਲ ਕਿੱਦਾਂ ਬਣਾਓਗੇ? ਡੁੱਬਦੇ ਰਹਿਣਾ ਹੈ, ਵਹਿਣ 'ਚ ਬਹਿੰਦੇ ਰਹਿਣਾ ਹੈ, ਬੱਚਿਆਂ ਨੇ ਵਿਦੇਸ਼ਾਂ 'ਚ ਰੁਲਦੇ ਰਹਿਣਾ ਹੈ, ਜਾਂ ਇਸ ਮਿੱਟੀ ਦੀ ਤਾਸੀਰ ਨੂੰ ਉਹਦੀ ਤਸੀਰ ਦੇ ਨਜ਼ਰੀਓਂ ਅਸੀਂ ਕਦੇ ਸੁੰਘਾਂਗੇ, ਮਾਣਾਂਗੇ? ਬਹੁਤ ਮਿਹਰਬਾਨੀ ਸਰਦਾਰ ਸਾਹਿਬ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।